ਹੈਲੋ ਗਾਇਸ, ਵੈਲਕਮ ਟੂ ਕਰੀਅਰ ਐਚ। ਬੱਚੇ, ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਜਲਦੀ ਆਉਣ ਵਾਲੀਆਂ ਨੇਗੀਆਂ। ਠੀਕ ਹੈ, ਪੇਪਰ ਜਲਦੀ ਹੋਣ ਵਾਲੇ ਨੇਗੇ। SI ਦੀ ਆਪਾਂ ਗੱਲ ਕਰੀਏ ਜਾਂ ਫਿਰ ਕਾਂਸਟੇਬਲ ਦੀ ਗੱਲ ਕਰੀਏ ਤਾਂ ਜਲਦੀ ਹੀ ਇਹਦੇ ਐਗਜ਼ਾਮ ਐਕਸਪੈਕਟਡ ਨੇਗੇ। ਠੀਕ ਹੈ, ਅਤੇ ਐਗਜ਼ਾਮ ਪੈਟਰਨ ਚੇਂਜ ਵੀ ਹੋਇਆ, ਆਪਾਂ ਨੂੰ ਪਤਾ SI ਦਾ। ਅਤੇ ਹੁਣ ਜਿਵੇਂ ਜਮਾਂ ਨਵਾਂ ਐਗਜ਼ਾਮ ਪੈਟਰਨ ਹੈ, ਉਸੀ ਦੇ ਅਕੋਰਡਿੰਗ ਜਿਹੜਾ ਕਿ ਹੁਣ ਆਪਾਂ ਇਹ ਬੈਚ ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ MCQ ਸੋਲਵ ਕਰਦੇ ਆਪਾਂ GK ਦੇ ਵਿੱਚ, GK ਦੇ। ਠੀਕ ਹੈ, ਤਾਂ GK ਦੀ ਕਲਾਸ ਹੈ ਬੱਚੇ। ਇਹ GK ਦੇ MCQ ਸੋਲਵ ਕਰਾਂਗੇ ਆਪਾਂ। ਮਿਕਸ GK ਹੋਏਗੀ, ਉਹ ਡਿਫਰੈਂਟ ਸਬਜੈਕਟਸ, ਇਕਨੋਮੀ, ਹਿਸਟਰੀ, ਪੋਲਿਟੀ, ਸਭ ਕੁਛ, ਜੋਗ੍ਰਾਫੀ ਇਹਦੇ ਵਿੱਚ ਕਵਰ ਹੋਏਗਾ। ਠੀਕ ਹੈ, ਸਟਾਰਟ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਰਾਜੇ, ਟਾਈਮ ਵੇਸਟ ਨਾ ਕਰਦੇ ਹੋਏ, ਦ ਆਰਡਰ ਆਫ ਫਲੇਅਰਸ ਇਨ ਐਟਮੋਸਫੀਅਰ ਅਪਵਰਡਸ ਫਰੋਮ ਬਿਲੋ, ਨੀਚੋਂ ਤੋਂ ਉੱਪਰ ਜਾਂਦੇ ਹੋਏ, ਜੇ ਆਪਣੀ ਅਰਥ ਹੈਗੀ ਹੈ ਇਹ। ਠੀਕ ਹੈ, ਆਪਾਂ ਨੂੰ ਪਤਾ ਆਪਣਾ ਐਟਮੋਸਫੀਅਰ ਇੱਦਾਂ ਹੈਗਾ, ਉੱਪਰ ਸਾਰੀ ਅਰਥ ਦੇ ਅਰਾਊਂਡ ਹੈਗਾ। ਠੀਕ ਹੈ, ਅਤੇ ਆਪਾਂ ਨੂੰ ਇਹ ਵੀ ਪਤਾ ਵੀ ਆਪਣਾ ਜਿਹੜਾ ਐਟਮੋਸਫੀਅਰ ਹੈ ਕੁਛ ਲੇਅਰਸ ਦੇ ਵਿੱਚ ਡਿਵਾਈਡਡ ਹੈਗਾ। ਤਾਂ ਨੀਚੋਂ ਉੱਪਰ ਜਾਂਦੇ ਹੋਏ ਆਪਣਾ ਜਿਹੜਾ ਐਟਮੋਸਫੀਅਰ ਹੈ ਕਿਸ ਤਰ੍ਹਾਂ ਕੀ ਕਰੇਗਾ, ਲੇਅਰਸ ਦੇ ਵਿੱਚ ਕਿਵੇਂ ਡਿਵਾਈਡ ਹੁੰਦਾ ਹੈਗਾ, ਉਹ ਆਪਾਂ ਦੇਖਣਾ ਹੈਗਾ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਬੱਚੇ। ਪਹਿਲੀ ਲੇਅਰ ਕਿਹੜੀ ਹੈ, ਸੈਕਿੰਡ ਲੇਅਰ ਕਿਹੜੀ ਹੈ, ਇਹ ਪੁੱਛ ਰਹੇ ਸਿੰਪਲੀ। ਤਾਂ ਸਟ੍ਰੈਟੋਸਫੀਅਰ ਨਹੀਂ, ਸਟ੍ਰੈਟੋਸਫੀਅਰ ਪਹਿਲੀ ਲੇਅਰ ਨਹੀਂ ਹੈਗੀ। ਪਹਿਲੀ ਲੇਅਰ ਕਿਹੜੀ ਹੈ ਰਾਜੇ? ਪਹਿਲੀ ਲੇਅਰ ਆਪਾਂ ਨੂੰ ਪਤਾ ਹੈ ਆਪਣੀ ਟ੍ਰੋਪੋਸਫੀਅਰ ਹੈਗੀ ਹੈ। ਠੀਕ ਹੈ, ਅਤੇ ਆਪਾਂ ਨੂੰ ਇਹ ਵੀ ਪਤਾ ਰਾਜੇ ਜਿਹੜਾ ਸਾਰਾ ਵੈਦਰ ਫਨੋਮਨਾ ਹੈਗਾ, ਸਾਰਾ ਮਤਲਬ ਕੋਈ ਮੀਂਹ ਪੈਂਦਾ, ਕੋਈ ਹੈ ਨਾ, ਹਵਾਵਾਂ ਆਉਂਦੀਆਂ ਨੇ, ਕੁਛ ਵੀ ਸਾਈਕਲੋਨ ਆਉਂਦਾ, ਤਾਂ ਸਾਰਾ ਦਾ ਸਾਰਾ ਕੁਛ ਇਹ ਟ੍ਰੋਪੋਸਫੀਅਰ ਦੇ ਵਿੱਚ ਹੁੰਦਾ। ਠੀਕ ਹੈ, ਤਾਂ ਆਲਮੋਸਟ 0 ਤੋਂ ਲੈ ਕੇ 10 ਕਿਲੋਮੀਟਰ ਤੱਕ, ਆਪਾਂ 10 ਜਾਂ 12 ਕਿਲੋਮੀਟਰ ਤੱਕ ਆਪਾਂ ਇਸ ਲੇਅਰ ਨੂੰ ਮੰਨਦੇ ਹਾਂ। ਠੀਕ ਹੈ, ਵੀ ਟ੍ਰੋਪੋਸਫੀਅਰ ਆਪਣਾ 10-12 ਕਿਲੋਮੀਟਰ ਤੱਕ ਹੁੰਦਾ ਹੈਗਾ। ਠੀਕ ਹੈ ਜੀ, ਤਾਂ ਪਹਿਲੀ ਤਰ੍ਹਾਂ ਜੀ ਟ੍ਰੋਪੋਸਫੀਅਰ ਆਏਗੀ। A ਆਪਸ਼ਨ ਵੀ ਨਹੀਂ ਆਉਂਦਾ, B ਆਪਸ਼ਨ ਵੀ ਨਹੀਂ ਆਉਂਦਾ। ਠੀਕ ਹੈ, ਤਾਂ C ਆ ਸਕਦਾ ਜਾਂ ਫਿਰ D ਆ ਸਕਦਾ ਹੈਗਾ, ਕਿਉਂਕਿ ਪਹਿਲੀ ਇਹਨਾਂ ਦੇ ਵਿੱਚ ਟ੍ਰੋਪੋਸਫੀਅਰ ਹੈ। ਸੈਕਿੰਡ ਰਾਜੇ ਲੇਅਰ ਆਪਣੀ ਹੈਗੀ ਹੈ, ਸੈਕਿੰਡ ਜੇ ਆਪਾਂ ਉੱਪਰ ਨੀਚੇ ਜਾਂਦੇ ਹਾਂ, ਟ੍ਰੋਪੋਸਫੀਅਰ ਤੋਂ ਬਾਅਦ ਆਪਣੀ ਹੈਗੀ ਹੈ ਰਾਜੇ ਸਟ੍ਰੈਟੋਸਫੀਅਰ। ਠੀਕ ਹੈ, ਸੈਕਿੰਡ ਲੇਅਰ ਬਿਲਕੁਲ ਸਟ੍ਰੈਟੋਸਫੀਅਰ ਆਊਗੀ, ਤਾਂ ਆਪਣਾ ਆਨਸਰ ਬਿਲਕੁਲ C ਆਊਗਾ। ਠੀਕ ਹੈ ਜੀ, ਰਾਜੇ ਆਪਾਂ ਨੂੰ ਪਤਾ ਕਿ ਸਟ੍ਰੈਟੋਸਫੀਅਰ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੇ ਸਾਰੇ ਆਪਣੇ ਪਲੇਨਸ ਨੇ ਜਿਹੜੇ, ਠੀਕ ਹੈ, ਜਿਹੜੇ ਆਪਣੇ ਏਅਰਪਲੇਨ ਫਲਾਈ ਕਰਦੇ ਨੇ, ਉਹ ਸਟ੍ਰੈਟੋਸਫੀਅਰ ਦੇ ਵਿੱਚ ਫਲਾਈ ਕਰਦੇ ਨੇ। ਰੀਜ਼ਨ ਕੀ ਹੈ ਬੱਚੇ ਸਟ੍ਰੈਟੋਸਫੀਅਰ ਦੇ ਵਿੱਚ ਫਲਾਈ ਕਰਨ ਦਾ? ਕਿਉਂਕਿ ਇੱਥੇ ਵਰਟੀਕਲ ਵਿੰਡਸ ਨਹੀਂ ਹੁੰਦੀਆਂ ਹੈਗੀਆਂ। ਠੀਕ ਹੈ, ਜੇ ਦੇਖੋ ਵਰਟੀਕਲ ਵਿੰਡਸ ਹੋਣਗੀਆਂ ਤਾਂ ਪਲੇਨ ਨੂੰ ਕੀ ਹਾਰਮ ਕਰਨਗੇ ਨਾ। ਜੇ ਪਲੇਨ ਉੱਡ ਰਿਹਾ ਹੈਗਾ, ਠੀਕ ਹੈ, ਨੀਚੋਂ ਉਹਨੂੰ ਹਵਾ ਲੱਗੀ ਗਈ, ਮਤਲਬ ਫਿਰ ਟਰਬੂਲੈਂਸ ਹੋਊਗੀ, ਓਬਵੀਅਸ ਜੀ ਗੱਲ ਹੈ। ਤਾਂ ਸਟ੍ਰੈਟੋਸਫੀਅਰ ਦੇ ਵਿੱਚ ਵਰਟੀਕਲ ਹਵਾ ਨਹੀਂ ਹੁੰਦੀ ਹੈਗੀਆਂ, ਟ੍ਰੋਪੋਸਫੀਅਰ ਦੇ ਵਿੱਚ ਵਰਟੀਕਲ ਹਵਾ ਹੁੰਦੀ ਹੈਗੀ। ਠੀਕ ਹੈ, ਡਿਟੇਲ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਕਲਾਸ ਦੇ ਵਿੱਚ ਬੱਚੇ ਵੀ ਕੀ ਰੀਜ਼ਨ ਹੁੰਦਾ ਹੈਗਾ। ਠੀਕ ਹੈ, ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਇੱਥੇ ਹੁੰਦੇ ਬੱਚੇ ਆਪਣਾ ਟ੍ਰੋਪੋਪੋਜ਼। ਠੀਕ ਹੈ, ਜੇ ਮੈਂ ਗੱਲ ਕਰਾਂ ਟ੍ਰੋਪੋਸਫੀਅਰ, ਠੀਕ ਹੈ, ਟ੍ਰੋਪੋਸਫੀਅਰ ਤੋਂ ਬਾਅਦ ਹੁੰਦਾ ਰਾਜੇ, ਜੇ ਆਪਣੀ ਅਰਥ ਹੋ ਗਈ, ਇਹ ਹੋ ਗਿਆ ਰਾਜੇ ਟ੍ਰੋਪੋਸਫੀਅਰ। ਠੀਕ ਹੈ, ਅਤੇ ਉਦੋਂ ਬਾਅਦ ਹੋ ਗਿਆ ਸਟ੍ਰੈਟੋਸਫੀਅਰ। ਹੁਣ ਜਦੋਂ ਰਾਜੇ ਟ੍ਰੋਪੋਸਫੀਅਰ ਖਤਮ ਹੁੰਦਾ ਹੈ, ਇਹਨੂੰ ਇਸ 'ਤੇ ਆਪਾਂ ਪੁਆਇੰਟ ਕਹਿੰਦੇ ਹਾਂ ਟ੍ਰੋਪੋਪੋਜ਼। ਠੀਕ ਹੈ, ਜਿੱਥੇ ਕਿ ਟ੍ਰੋਪੋਸਫੀਅਰ ਖਤਮ ਹੁੰਦਾ ਹੈਗਾ। ਸਿਰਫ ਜਿਹੜੀ ਵਰਟੀਕਲ ਵਿੰਡਸ ਹੈ ਇੱਥੇ ਤੱਕ ਹੀ ਚੱਲਦੀਆਂ ਨੇਗੀਆਂ, ਇਸ ਦੇ ਉੱਪਰ ਵਰਟੀਕਲ ਵਿੰਡਸ ਨਹੀਂ ਚੱਲਦੀਆਂ ਹੈਗੀਆਂ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਟੈਂਪਰੇਚਰ ਇਨਵਰਜਨ ਹੁੰਦਾ ਹੈਗਾ। ਠੀਕ ਹੈ, ਬਾਕੀ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹੁੰਦੇ ਕਲਾਸ ਦੇ ਵਿੱਚ। ਠੀਕ ਹੈ, ਤਾਂ ਬਿਲਕੁਲ ਜਿਹੜੇ ਪਲੇਨਸ ਨੇ, ਅਗਰ ਕੁਐਸਚਨ ਆਉਂਦਾ ਕਿੱਥੇ ਫਲੋ ਕਰਦੇ ਨੇ, ਉਹ ਸਟ੍ਰੈਟੋਸਫੀਅਰ ਦੇ ਵਿੱਚ ਪਲੇਨ ਫਲੋ ਕਰਦੇ ਨੇ, ਆਪਾਂ ਨੂੰ ਪਤਾ ਇਸ ਚੀਜ਼ ਦਾ। ਠੀਕ ਹੈ ਜੀ, ਅਤੇ ਆਪਣਾ ਆਨਸਰ C ਆਏਗਾ ਰਾਜੇ। ਠੀਕ ਹੈ, ਇਹਦੇ ਵਿੱਚ ਦੋ ਬਾਅਦ 'ਚੋਂ ਆਈਨੋਸਫੀਅਰ ਬਿਲਕੁਲ ਠੀਕ ਹੈ, ਐਗਜ਼ੋਸਫੀਅਰ, ਔਰ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਵੀ ਕਿਹੜੀ ਲੇਅਰ ਹੁੰਦੀ ਹੈ, ਮੀਜ਼ੋਸਫੀਅਰ ਦੀ। ਠੀਕ ਹੈ ਜੀ, ਤਾਂ ਆਪਣਾ ਆਨਸਰ C ਹੈ, ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੀਜ਼ੋਸਫੀਅਰ, ਆਈਨੋਸਫੀਅਰ ਅਤੇ ਐਗਜ਼ੋਸਫੀਅਰ। ਠੀਕ, ਨੈਕਸਟ ਕੁਐਸਚਨ, ਧਰਮ ਸਭਾ ਵਾਜ਼ ਫਾਊਂਡਡ ਇਨ ਕਲਕੱਤਾ ਇਨ ਓਪੋਜੀਸ਼ਨ ਟੂ ਬ੍ਰਹਮ ਸਮਾਜ। ਧਰਮ ਸਭਾ ਰਾਜੇ ਇੱਕ ਸੰਸਥਾ ਬਣਾਈ ਗਈ ਸੀਗੀ। ਠੀਕ ਹੈ, ਬਟ ਕਿਉਂ ਬਣਾਈ ਗਈ ਸੀ ਇਹ? ਇਨ ਓਪੋਜੀਸ਼ਨ ਟੂ ਬ੍ਰਹਮੋ ਸਮਾਜ। ਠੀਕ ਹੈ, ਪਹਿਲੀ ਗੱਲ ਤਾਂ ਦੇਖਦੇ ਆਪਾਂ ਬ੍ਰਹਮੋ ਸਮਾਜ ਕਿਹਨੇ ਬਣਾਈ ਸੀ ਰਾਜੇ? ਇਹ ਬਣਾਈ ਸੀ ਰਾਜੇ ਆਪਣਾ ਰਾਜਾ ਰਾਮ ਮੋਹਨ ਰਾਏ ਜੀ ਨੇ। ਠੀਕ ਹੈ, ਰਾਜਾ ਰਾਮ ਮੋਹਨ ਰਾਏ ਨੇ। ਠੀਕ ਹੈ, ਬ੍ਰਹਮੋ ਸਮਾਜ ਬਣਾਇਆ ਸੀਗਾ। ਕਦੋਂ ਬਣਾਇਆ ਸੀ ਬੱਚੇ, ਕਦੋਂ ਬਣਾਇਆ ਸੀਗਾ? ਇਹ ਬਣਾਇਆ ਸੀ ਆਪਣਾ 1828 ਦੇ ਵਿੱਚ। ਪਹਿਲਾਂ ਕੁਛ ਨਾਮ ਹੋਰ ਸੀਗਾ। ਠੀਕ ਹੈ, ਬ੍ਰਹਮੋ ਸਭਾ ਜਾਂ ਕੁਛ ਕਹਿ ਸਕਦੇ ਆਪਾਂ, 1828 ਦੇ ਵਿੱਚ ਬਣਾਇਆ ਸੀ ਬ੍ਰਹਮੋ ਸਮਾਜ। ਠੀਕ ਹੈ, ਤਾਂ ਇੱਕ ਤਰ੍ਹਾਂ ਦਾ ਰਾਜੇ ਇਹ ਰਿਫੋਰਮਸ ਲੈ ਕੇ ਆਉਣਾ ਚਾਹੁੰਦਾ ਸੀ ਹਿੰਦੂ ਧਰਮ ਦੇ ਵਿੱਚ, ਬ੍ਰਹਮੋ ਸਮਾਜ ਹੈ ਜਿਹੜਾ। ਠੀਕ ਹੈ, ਬਟ ਧਰਮ ਸਭਾ ਰਾਜੇ ਇਹ ਚੀਜ਼ ਹਰ ਇੱਕ ਨੂੰ ਪਸੰਦ ਨਹੀਂ ਆਈ। ਰਾਜਾ ਰਾਮ ਮੋਹਨ ਰਾਏ ਸਾਹਿਬ ਕੀ ਕਹਿੰਦੇ ਸੀ, ਇਹ ਬ੍ਰਹਮੋ ਸਮਾਜ ਕੀ ਕਹਿੰਦਾ ਸੀ ਕਿ ਧਰਮ ਦੇ ਵਿੱਚ ਕੁਝ ਰਿਫੋਰਮਸ ਲੈ ਕੇ ਆਉਣ ਦੀ ਲੋੜ ਹੈਗੀ ਹੈ। ਜਿਵੇਂ ਆਪਾਂ ਨੂੰ ਪਤਾ ਰਾਜੇ ਸਤੀ ਪ੍ਰਥਾ ਬੈਨ ਕੀਤੀ ਗਈ ਸੀ 1829 ਦੇ ਵਿੱਚ। ਠੀਕ ਹੈ, ਜਸਟ 1 ਸਾਲ ਬਾਅਦ। ਤਾਂ ਮਤਲਬ ਕਿਤੇ ਨਾ ਕਿਤੇ ਬ੍ਰਹਮੋ ਸਮਾਜ ਦੇ ਐਫਰਟਸ ਕਾਫੀ ਸੀਗੇ ਇਹਦੇ ਵਿੱਚ, ਰਾਜਾ ਰਾਮ ਮੋਹਨ ਰਾਏ ਦੇ ਐਫਰਟਸ ਕਾਫੀ ਸੀਗੇ। ਕਿਹਨੇ ਬੈਨ ਕੀਤੀ ਸੀ ਰਾਜੇ? ਵਿਲੀਅਮ ਬੈਂਟਿੰਗ ਨੇ, ਪੜ੍ਹ ਚੁੱਕੇ ਆਪਾਂ। ਤਾਂ ਕਿਉਂਕਿ ਦੇਖੋ ਇਹ ਜਿਹੜੇ ਕੀ ਹੈ ਮਤਲਬ ਰਿਫੋਰਮਸ ਲੈ ਕੇ ਆਉਣਾ ਚਾਹੁੰਦਾ ਸੀ ਧਰਮ ਦੇ ਵਿੱਚ, ਤਾਂ ਇਹ ਚੀਜ਼ਾਂ ਜਿਹੜੇ ਔਰਥੋਡੋਕਸ ਹਿੰਦੂ ਸੀਗੇ, ਜਿਹੜੇ ਕੱਟੜ ਹਿੰਦੂ ਸੀਗੇ, ਉਹਨਾਂ ਨੂੰ ਪਸੰਦ ਨਹੀਂ ਆਈ ਹੈਗੀ। ਠੀਕ ਹੈ, ਤਾਂ ਉਹ ਕੱਟੜ ਹਿੰਦੂਆਂ ਨੇ ਇੱਕ ਸੰਸਥਾ ਬਣਾਈ ਰਾਜੇ ਧਰਮ ਸਭਾ ਦੇ ਨਾਮ 'ਤੇ। ਠੀਕ ਹੈ, ਜਿਹੜੀ ਕਿ ਓਪੋਜ਼ ਕਰਦੀ ਸੀ ਬ੍ਰਹਮੋ ਸਭਾ ਨੂੰ, ਸਿੰਪਲ ਜੀ ਗੱਲ ਹੈ। ਠੀਕ ਹੈ, ਅਤੇ ਹੁਣ ਇਹ ਪੁੱਛ ਰਿਹਾ ਵੀ ਧਰਮ ਸਭਾ ਕਿਹਨੇ ਬਣਾਈ ਸੀਗੀ? ਠੀਕ ਹੈ, ਤਾਂ ਉਹ ਬਣਾਈ ਸੀ ਰਾਜੇ ਰਧਾਕਾਂਤ ਦੇਵ ਨੇ। ਠੀਕ ਹੈ, ਰਧਾਕਾਂਤ ਦੇਵ ਨੇ ਰਾਜੇ ਇੱਕ ਔਰਥੋਡੋਕਸ ਹਿੰਦੂ ਸੀਗਾ ਇਹ, ਜਿਹੜਾ ਕਿ ਹਿੰਦੂ ਧਰਮ ਦੇ ਵਿੱਚ ਜਿਹੜੇ ਇਹ ਰਿਫੋਰਮਸ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਉਹਨਾਂ ਨੂੰ ਅਪੋਜ਼ ਕਰਦਾ ਸੀ, ਉਹਨਾਂ ਦਾ ਵਿਰੋਧ ਕਰਦਾ ਸੀਗਾ। ਠੀਕ ਹੈ, ਚਲੋ, ਹੂ ਅਮੰਗ ਦ ਫੋਲੋਇੰਗ ਵਾਜ਼ ਆਥਰ ਆਫ ਡਰਾਮਾ ਨੀਲ ਦਰਪਨ। ਆਪਣੀ ਮਾਡਰਨ ਹਿਸਟਰੀ ਦੇ ਵਿੱਚ ਰਾਜੇ ਇੱਕ ਡਰਾਮਾ ਲਿਖਿਆ ਗਿਆ, ਇੱਕ ਪਲੇ ਲਿਖਿਆ ਗਿਆ ਨੀਲ ਦਰਪਨ। ਠੀਕ ਹੈ, ਬੇਸਿਕਲੀ ਕੀ ਹੁੰਦਾ ਸੀ ਰਾਜੇ ਇਸ ਦੇ ਵਿੱਚ
ਇਹ ਲਿਖਿਆ ਗਿਆ ਸੀ ਬੱਚੇ ਇੰਡੀਗੋ ਰਿਵੋਲਟ ਦੇ ਬੇਸ ਦੇ ਉੱਪਰ। ਇੱਕ ਸਾਡੇ ਦੇਸ਼ ਦੇ ਵਿੱਚ ਇੰਡੀਗੋ ਰਿਵੋਲਟ ਹੋਇਆਗਾ, ਇੰਡੀਗੋ ਰਿਵੋਲਟ, ਠੀਕ ਹੈ। ਕੀ ਸੀ ਨਾਮ ਇਹਦਾ? ਨੀਲ ਵਿਦਰੋਹ, ਨੀਲ ਵਿਦਰੋਹ, ਠੀਕ ਹੈ। 1859 ਦੇ ਕਰੀਬ ਹੋਇਆ ਇਹ। ਕੀ ਸੀ ਬੇਸਿਕਲੀ ਇਹਦੇ ਵਿੱਚ ਕਿ ਦੇਖੋ ਆਪਾਂ ਨੂੰ ਪਤਾ ਜਿਹੜੇ ਆਪਣੇ ਬ੍ਰਿਟਿਸ਼ਰਸ ਸੀਗੇ, ਜਿਹੜੇ ਕਲੋਨੀਅਲ ਸੀਗੇ, ਪਲਾਂਟੇਸ਼ਨ ਓਨਰ ਸੀਗੇ, ਉਹ ਕੀ ਕਰਦੇ ਸੀ ਬੱਚੇ? ਆਪਣੇ ਫਾਰਮਰਸ ਨੂੰ ਫੋਰਸ ਕਰਦੇ ਸੀ ਇੰਡੀਗੋ ਉਗਾਉਣ ਦੇ ਵਿੱਚ, ਇੰਡੀਗੋ ਕਲਟੀਵੇਸ਼ਨ ਵਾਸਤੇ ਫੋਰਸ ਕਰਦੇ ਸੀ ਪਹਿਲੀ ਗੱਲ ਤਾਂ। ਉੱਪਰ ਦੀ ਰਾਜੇ ਇਹਨਾਂ ਨੂੰ ਹੋਰ ਬਹੁਤ ਵੀ ਤੰਗ ਕਰਦੇ ਸੀਗੇ, ਠੀਕ ਹੈ। ਮਤਲਬ ਇਹਨਾਂ ਦੀ ਓਪਰੇਸ਼ਨ ਹੁੰਦੀ ਸੀ, ਜਿਹੜੇ ਆਪਣੇ ਇੰਡੀਗੋ ਪੀਜ਼ੈਂਟ ਸੀਗੇ, ਇੰਡੀਗੋ ਉਗਾਉਣ ਵਾਲੇ ਆਪਣੇ ਫਾਰਮਰ ਸੀਗੇ ਜਿਹੜੇ, ਉਹਨਾਂ ਦੀ ਕਾਫੀ ਓਪਰੇਸ਼ਨ ਹੁੰਦੀ ਸੀ। ਅਤੇ ਜਿਹੜੀ ਇਹ ਓਪਰੇਸ਼ਨ ਸਾਰੀ ਕੀਤੀ ਗਈ ਹੈ ਰਾਜੇ ਅੰਗਰੇਜ਼ਾਂ ਦੁਆਰਾ, ਇਹ ਸਾਰੀ ਓਪਰੇਸ਼ਨ ਇਸ ਡਰਾਮਾ ਦੇ ਵਿੱਚ ਕੀ ਹੈ, ਸਾਰਾ ਉਲੇਖ ਕੀਤਾ ਗਿਆ, ਸਾਰਾ ਇਹਦੇ ਵਿੱਚ ਪੋਰਟੀਫਾਈ ਕੀਤਾ ਗਿਆ ਹੈਗਾ, ਠੀਕ ਹੈ, ਨੀਲ ਦਰਪਣ ਦੇ ਵਿੱਚ। ਹੁਣ ਇਹ ਪੁੱਛ ਰਹੇ ਵੀ ਇਹ ਡਰਾਮਾ ਕਿਹਨੇ ਲਿਖਿਆ ਰਾਜੇ? ਤਾਂ ਇਹ ਲਿਖਿਆ ਰਾਜੇ ਆਪਣਾ ਦੀਨ ਬੰਧੂ ਮਿੱਤਰਾਂ ਨੇ, ਠੀਕ ਹੈ। ਦੇਖੋ ਦੀਨ ਤੋਂ ਆਪਾਂ ਨੀਲ ਯਾਦ ਰੱਖ ਸਕਦੇ ਹਾਂ, ਦੀਨ ਨੀਲ, ਠੀਕ ਹੈ। ਨੀਲ ਵਿਦਰੋਹ ਕੀ ਕਾਹਦੇ ਵਾਸਤੇ ਲਿਖਿਆ ਸੀ ਇਹ? ਕਿਉਂਕਿ ਇੰਡੀਗੋ ਰਿਵੋਲਟ ਦਾ ਜਿਹੜਾ ਆਪਣਾ ਓਪਰੇਸ਼ਨ ਹੋਈ ਹੈ ਇੰਡੀਗੋ ਪੀਜ਼ੈਂਟ ਸੀ, ਉਹਨਾਂ ਦੀ ਜਿਹੜੀ ਹਾਲਤ ਬਿਆਨ ਕਰਨ ਵਾਸਤੇ ਇਹ ਡਰਾਮਾ ਲਿਖਿਆ ਗਿਆ ਸੀਗਾ। ਉਦੋਂ ਬਾਅਦ 'ਚੋਂ ਅੰਗਰੇਜ਼ ਸਰਕਾਰ ਨੇ ਇਸ ਡਰਾਮੇ ਨੂੰ ਬੈਨ ਵੀ ਕਰਤਾ ਸੀਗਾ, ਠੀਕ ਹੈ, ਕਿਉਂਕਿ ਕਾਫੀ ਇਨਫਲੂਐਂਸ ਕਰ ਰਿਹਾ ਸੀ ਇੰਡੀਅਨਸ ਨੂੰ ਇਹ, ਠੀਕ ਹੈ ਜੀ। ਤਾਂ ਬਿਲਕੁਲ ਦੀਨ ਬੰਧੂ ਮਿੱਤਰਾਂ ਨੇ ਲਿਖਿਆ ਰਾਜੇ। ਇਸ ਤੋਂ ਇਲਾਵਾ ਰਾਜੇ ਬੰਕਿਮ ਚੰਦਰ ਚੈਟਰਜੀ ਨੇ ਕੀ ਲਿਖਿਆ ਹੋਇਆ ਆਪਾਂ ਨੂੰ ਪਤਾ ਹੈ? ਇਹਨਾਂ ਨੇ ਲਿਖਿਆ ਆਨੰਦ ਮੱਠ, ਆਪਾਂ ਨੂੰ ਪਤਾ ਇਸ ਚੀਜ਼ ਦਾ। ਆਨੰਦ ਮੱਠ ਕਿਉਂ ਇੰਪੋਰਟੈਂਟ ਰਾਜੇ? ਆਨੰਦ ਮੱਠ ਦੇ ਵਿੱਚ ਕੀ ਮੈਂਸ਼ਨ ਹੈਗਾ, ਜਿਵੇਂ ਕਿ ਮੈਂ ਕਹਿ ਰਿਹਾ ਕਿ ਨੀਲ ਦਰਪਣ ਦੇ ਵਿੱਚ ਤਾਂ ਜਿਹੜਾ ਆਪਣੇ ਇੰਡੀਗੋ ਰਿਵੋਲਟ ਹੈਗਾ ਉਹਨੂੰ ਪੋਰਟਰੇ ਕੀਤਾ ਗਿਆ, ਠੀਕ ਹੈ। ਇੰਡੀਗੋ ਰਿਵੋਲਟ ਜਿਹੜਾ ਹੋਇਆ, ਇਸ ਰਿਵੋਲਟ ਨੂੰ ਪੋਰਟਰੇ ਕੀਤਾ ਗਿਆ ਇਸ ਪਲੇ ਦੇ ਵਿੱਚ। ਆਨੰਦ ਮੱਠ ਦੇ ਵਿੱਚ ਆਪਾਂ ਨੂੰ ਪਤਾ ਰਾਜੇ ਕੀ ਪੋਰਟਰੇ ਕੀਤਾ ਗਿਆ? ਸੰਨਿਆਸੀ ਰਿਬੈਲੀਅਨ। ਇਹ ਵੀ, ਇਹਦਾ ਵੀ ਟਾਈਮ ਪੀਰੀਅਡ ਲਗਭਗ ਇਹਦੇ ਕਰੀਬ ਹੀ ਹੈਗਾ, ਸੰਨਿਆਸੀ ਰਿਬੈਲੀਅਨ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੇ ਆਨੰਦ ਮੱਠ ਦੇ ਵਿੱਚ ਸੰਨਿਆਸੀ ਰਿਬੈਲੀਅਨ ਬਾਰੇ ਲਿਖਿਆ ਗਿਆ ਹੈ, ਔਰ ਨੀਲ ਦਰਪਣ ਦੇ ਵਿੱਚ ਇੰਡੀਗੋ ਰਿਵੋਲਟ ਬਾਰੇ ਲਿਖਿਆ ਗਿਆ। ਆਨੰਦ ਮੱਠ ਦੇ ਵਿੱਚ ਰਾਜੇ ਇੱਕ ਚੀਜ਼ ਹੋਰ ਵੀ ਹੈਗੀ ਹੈ, ਕੀ ਚੀਜ਼ ਉਹ? ਵੰਦੇ ਮਾਤਰਮ, ਵੰਦੇ ਮਾਤਰਮ, ਠੀਕ ਹੈ। ਤਾਂ ਇੱਕ ਚੀਜ਼ ਦੇ ਵਿੱਚ ਆਪਾਂ ਕਾਫੀ ਚੀਜ਼ਾਂ ਡਿਸਕਸ ਕਰ ਰਹੇ ਹਾਂ, ਠੀਕ ਹੈ। ਚਲੋ, ਹੂ ਸੈਡ ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਵਿਲ ਹੈਵ ਇਟ। ਈਜ਼ੀ ਕੁਐਸਚਨ ਹੈ ਬਹੁਤ ਜ਼ਿਆਦਾ, ਠੀਕ ਹੈ। ਸਵਰਾਜ ਮੇਰਾ ਬਰਥ ਰਾਈਟ ਹੈ, ਮੇਰਾ ਜਨਮ ਸਿੱਧ ਅਧਿਕਾਰ ਹੈਗਾ ਅਤੇ ਮੈਂ ਉਹਨੂੰ ਲੈ ਕੇ ਰਵਾਂਗਾ, ਠੀਕ ਹੈ। ਆਪਾਂ ਨੂੰ ਪਤਾ ਰਾਜੇ ਲੋਕਮਾਨਿਆ ਤਿਲਕ ਆਊਗਾ, ਠੀਕ ਹੈ। ਜ਼ਿਆਦਾ ਟਾਈਮ ਵੇਸਟ ਕਰ ਦੇਣੀ ਇਸ 'ਚ। ਰਸਟਿੰਗ ਆਫ ਆਇਰਨ ਇਜ਼ ਐਨ ਐਗਜ਼ਾਮਪਲ ਆਫ। ਆਇਰਨ ਨੂੰ ਰਾਜੇ ਜੰਗ ਲੱਗਦੀ ਹੈ, ਦੈਟ ਇਜ਼ ਐਗਜ਼ਾਮਪਲ ਆਫ ਵਾਟ? ਡੀਕੰਪੋਜੀਸ਼ਨ, ਰੇਡੀਓ ਐਕਟੀਵਿਟੀ ਕੇ, ਆਕਸੀਡੇਸ਼ਨ, ਰਿਡਕਸ਼ਨ, ਠੀਕ ਹੈ। ਅਗੇਨ ਸਿੰਪਲ ਈਜ਼ੀ ਕੁਐਸਚਨ ਹੈਗਾ। ਡੀਕੰਪੋਜੀਸ਼ਨ ਕਦੇ ਵੀ ਨਹੀਂ ਹੋ ਸਕਦਾ, ਰੇਡੀਓ ਐਕਟੀਵਿਟੀ ਕੇ ਕਦੇ ਵੀ ਨਹੀਂ ਹੋ ਸਕਦਾ, ਠੀਕ ਹੈ। ਆਕਸੀਡੇਸ਼ਨ ਅਤੇ ਰਿਡਕਸ਼ਨ ਦੇ ਵਿੱਚੋਂ ਆਪਾਂ ਨੂੰ ਚੂਜ਼ ਕਰਨਾ ਪੈਣਾ, ਠੀਕ ਹੈ। ਅਗਰ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਰਾਜੇ, ਫੈਰਿਕ ਜਿਹੜਾ ਆਇਰਨ ਹੈਗਾ ਰਾਜੇ ਉਹ ਹੁੰਦਾ ਫੈਰਿਕ ਆਇਰਨ ਹੁੰਦਾ ਹੈਗਾ, ਠੀਕ ਹੈ, Fe ਹੁੰਦਾ। ਹੁਣ ਜਦੋਂ ਰਸਟਿੰਗ ਹੁੰਦੀ ਹੈ ਇਹਦੇ ਵਿੱਚ ਤਾਂ ਇਹਦਾ ਕੰਪਾਊਂਡ ਚੇਂਜ ਹੁੰਦਾ, ਕੈਮੀਕਲ ਰਿਐਕਸ਼ਨ ਹੁੰਦੀ ਹੈ, ਤਾਂ ਆਪਾਂ ਨੂੰ ਪਤਾ ਵੀ ਕੈਮੀਕਲ ਰਿਐਕਸ਼ਨ ਡੈਫੀਨਿਟਲੀ ਹੋਊਗੀ, ਜਾਂ ਫਿਰ ਰਿਡੋਕਸ ਰਿਐਕਸ਼ਨ ਆਪਾਂ ਕਹਿ ਸਕਦੇ ਹਾਂ। ਤਾਂ ਰਿਡੋਕਸ ਰਿਐਕਸ਼ਨ ਆਪਾਂ ਕਹਾਂਗੇ ਉਹਨੂੰ, ਜਦੋਂ ਵੀ ਰਿਡਕਸ਼ਨ ਜਾਂ ਆਕਸੀਡੇਸ਼ਨ ਹੁੰਦੀ ਹੈ ਉਹਨੂੰ ਆਪਾਂ ਰਿਡੋਕਸ ਰਿਐਕਸ਼ਨ ਕਹਿੰਦੇ ਹਾਂ, ਠੀਕ ਹੈ। ਤਾਂ ਹੁਣ ਆਇਰਨ ਦਾ ਕੀ ਬਣ ਜਾਂਦਾ ਬੱਚੇ? ਆਇਰਨ ਦਾ ਬਣ ਜਾਂਦਾ ਇੱਕ ਆਇਰਨ ਆਕਸਾਈਡ ਬਣ ਜਾਂਦਾ। ਤਾਂ ਆਕਸੀਜਨ ਐਡ ਹੁੰਦੀ ਹੈ, ਡੈਫੀਨਿਟਲੀ ਆਕਸੀਜਨ ਡੈਫੀਨਿਟਲੀ ਐਡ ਹੋਊਗੀ। ਤਾਂ ਆਕਸੀਜਨ ਅਗਰ ਐਡ ਹੋਗੀ ਤਾਂ ਆਪਾਂ ਕਹਾਂਗੇ ਰਾਜੇ ਉਹ ਆਕਸੀਡੇਸ਼ਨ ਰਿਐਕਸ਼ਨ ਹੈਗੀ ਹੈ, ਠੀਕ ਹੈ। ਜਿਹੜੀ ਰਸਟਿੰਗ ਆਫ ਆਇਰਨ ਹੈ ਉਹ ਇੱਕ ਆਕਸੀਡੇਸ਼ਨ ਰਿਐਕਸ਼ਨ ਹੈ। ਕੀ ਕੰਪਾਊਂਡ ਬਣਦਾ ਰਾਜੇ? ਦੋ ਤਰ੍ਹਾਂ ਦੇ ਕੰਪਾਊਂਡ ਬਣਦੇ ਨੇ ਬੇਸਿਕਲੀ। ਇੱਕ ਤਾਂ ਦੇਖੋ FeO ਬਣਦਾ, ਇੱਕ ਬਣਦਾ ਆਪਣਾ Fe2O3। ਬੇਸਿਕਲੀ ਇਹ ਹੁੰਦਾ ਫੈਰਸ ਆਕਸਾਈਡ, ਇਹ ਹੁੰਦਾ ਫੈਰਿਕ ਆਕਸਾਈਡ, ਫੈਰਿਕ ਆਕਸਾਈਡ, ਠੀਕ ਹੈ। ਦੋ ਤਰ੍ਹਾਂ ਦੇ ਇਹ ਮਤਲਬ ਰਸਟ ਦੇ ਵਿੱਚ ਦੋਨੋਂ ਹੀ ਕੰਪਾਊਂਡ ਇਨਵੋਲਵਡ ਹੁੰਦੇ ਨੇ, ਠੀਕ ਹੈ। ਜਦੋਂ ਕਿ ਆਇਰਨ ਨੂੰ ਜੰਗ ਲੱਗਦੀ ਹੈ ਤਾਂ ਦੋਨੋਂ ਹੀ ਕੰਪਾਊਂਡ ਬਣਦੇ ਨੇ। ਤਾਂ ਬਣਦੀ ਕੀ ਰਾਜੇ ਇਹ ਆਕਸੀਡੇਸ਼ਨ ਰਿਐਕਸ਼ਨ ਦੇ ਨਾਲ। ਇੱਕ ਚੀਜ਼ ਹੋਰ ਵੀ ਹੁੰਦੀ ਹੈ ਕਿ ਆਇਰਨ ਆਪਣੇ ਜਿਹੜੇ ਇਲੈਕਟ੍ਰੋਨਸ ਆ ਉਹ ਲੂਜ਼ ਕਰਦਾ ਹੈਗਾ, ਠੀਕ ਹੈ। ਚਲੋ ਆਪਾਂ ਉਹਦੇ ਵਿੱਚ ਨਹੀਂ ਪੈਣਾ, ਸਿੰਪਲ ਜੀ ਗੱਲ ਹੈ ਕਿ ਆਕਸੀਜਨ ਐਡ ਹੁੰਦੀ ਹੈ ਤਾਂ ਆਪਣਾ ਆਕਸੀਡੇਸ਼ਨ ਰਿਐਕਸ਼ਨ ਹੋਗੀ, ਠੀਕ ਹੈ। ਅੰਡਰ ਦ ਇੰਡੀਅਨ ਕੌਂਸਟੀਟਿਊਸ਼ਨ ਦ ਪਾਵਰ ਆਫ ਡਿਸੋਲਵਿੰਗ ਲੋਕ ਸਭਾ ਰੈਸਟ ਵਿਦ। ਆਪਾਂ ਨੂੰ ਪਤਾ ਰਾਜੇ ਲੋਕ ਸਭਾ ਦੀ ਟਰਮ ਹੁੰਦੀ ਹੈ ਬੇਸਿਕਲੀ 5 ਸਾਲ ਦੀ, ਠੀਕ ਹੈ। ਤਾਂ 5 ਸਾਲ ਤੋਂ ਬਾਅਦ ਲੋਕ ਸਭਾ ਡਿਜ਼ੋਲਵ ਹੋਣੀ ਹੈ। ਈਵਨ ਕਿ 5 ਸਾਲ ਤੋਂ ਪਹਿਲਾਂ ਵੀ ਡਿਜ਼ੋਲਵ ਹੋ ਸਕਦੀ ਹੈਗੀ, ਠੀਕ ਹੈ। ਬਟ ਡਿਜ਼ੋਲਵ ਕੌਣ ਕਰੂਗਾ ਰਾਜੇ? ਉਦੋਂ ਡਿਜ਼ੋਲਵ ਕੌਣ ਕਰੂਗਾ ਆਪਾਂ ਨੂੰ ਪਤਾ ਹੈ। ਤਾਂ ਪ੍ਰੈਜ਼ੀਡੈਂਟ ਦਾ ਹੱਕ ਹੁੰਦਾ, ਪ੍ਰੈਜ਼ੀਡੈਂਟ ਦੀ ਪਾਵਰ ਹੁੰਦੀ ਹੈ ਕਿ ਪ੍ਰੈਜ਼ੀਡੈਂਟ ਕੈਨ ਡਿਜ਼ੋਲਵ ਲੋਕ ਸਭਾ। ਈਜ਼ੀ ਕੁਐਸਚਨ ਹੈਗਾ ਬਹੁਤ, ਠੀਕ ਹੈ। ਹੋਰ ਕੀ ਚੀਜ਼ਾਂ ਨੇ? ਇੱਕ ਇਹ ਵੀ ਆਪਾਂ ਨੂੰ ਪਤਾ ਰਾਜੇ ਕਿ ਸਿਰਫ ਲੋਕ ਸਭਾ ਹੀ ਡਿਜ਼ੋਲਵ ਹੋ ਸਕਦੀ ਹੈ, ਰਾਜ ਸਭਾ ਡਿਜ਼ੋਲਵ ਨਹੀਂ ਹੋ ਸਕਦੀ, ਬਿਕਾਜ਼ ਰਾਜ ਸਭਾ ਇਜ਼ ਅ ਪਰਮਾਨੈਂਟ ਚੈਂਬਰ। ਇਹ ਵੀ ਆਪਾਂ ਨੂੰ ਪਤਾ ਹੈ, ਰਾਜ ਸਭਾ ਇੱਕ ਪਰਮਾਨੈਂਟ ਚੈਂਬਰ ਹੈ, ਇਹ ਡਿਜ਼ੋਲਵ ਨਹੀਂ ਹੋ ਸਕਦਾ। ਸਪੈਸੀਫਿਕਲੀ ਪੰਜਾਬ ਪੁਲਿਸ SI ਨੂੰ ਟਾਰਗੇਟ ਕਰ ਰਹੇ ਬੱਚੇ ਆਪਾਂ ਐਗਜ਼ਾਮ ਦੇ ਵਿੱਚ, ਠੀਕ ਹੈ। ਪੰਜਾਬ ਪੁਲਿਸ SI ਦੇ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਇਸ ਵੀਡੀਓ ਦੇ ਵਿੱਚ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਡੈਫੀਨਿਟਲੀ ਆਏਗਾ ਕਿ ਪ੍ਰੈਜ਼ੀਡੈਂਟ ਕੈਨ ਡਿਜ਼ੋਲਵ ਦ ਲੋਕ ਸਭਾ। ਪ੍ਰੈਜ਼ੀਡੈਂਟ ਹੋਰ ਕੀ ਕਰ ਸਕਦਾ ਹੈਗਾ? ਜੇ ਆਪਾਂ ਲੋਕ ਸਭਾ ਅਤੇ ਰਾਜ ਸਭਾ ਦੀ ਗੱਲ ਕਰੀਏ, ਇਸ ਹਾਊਸਿਸ ਦੇ ਅਗੇਂਸਟ ਹਾਊਸਿਸ ਦੇ ਬਾਰੇ ਹੋਰ ਕੀ ਪਾਵਰਸ ਨਹੀਂ ਹੈ ਪ੍ਰੈਜ਼ੀਡੈਂਟ ਕੋਲੇ। ਇੱਕ ਤਾਂ ਦੇਖੋ ਇਹਨਾਂ ਹਾਊਸਿਸ ਨੂੰ ਸਮਨ ਕਰ ਸਕਦਾ, ਸਮਨ ਵੀ ਪ੍ਰੈਜ਼ੀਡੈਂਟ ਕਰਦਾ ਹੈ, ਜਾਂ ਫਿਰ ਪ੍ਰੋਰੋਗ ਆਪਾਂ ਕਹਿ ਸਕਦੇ ਹਾਂ, ਪ੍ਰੋਰੋਗ ਵੀ ਪ੍ਰੈਜ਼ੀਡੈਂਟ ਹੀ ਕਰਦਾ ਹੈ। ਜਾਂ ਫਿਰ ਹੋਰ ਕੀ ਕਰਦਾ ਰਾਜੇ?
ਆਪਣਾ ਇੱਕ ਕਹਿ ਸਕਦੇ ਆਪਾਂ ਡਿਜ਼ੋਲਵ ਬਟ ਕਿਹਨੂੰ ਕਰੂਗਾ ਸਿਰਫ ਔਰ ਸਿਰਫ ਡਿਜ਼ੋਲਵ ਸਿਰਫ ਲੋਕ ਸਭਾ ਨੂੰ ਕਰ ਸਕਦਾ ਹੈ, ਸਮਨ ਤੇ ਪ੍ਰੋਰੋਗ ਦੋਨਾਂ ਨੂੰ ਕਰ ਸਕਦਾ ਹੈਗਾ। ਠੀਕ ਹੈ ਜੀ। ਜੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਐਡਜਰਨਮੈਂਟ ਦੀ, ਇੱਕ ਆਪਣੇ ਕੋਲ ਐਡਜਰਨਮੈਂਟ ਮੋਸ਼ਨ ਹੁੰਦਾ ਹੈਗਾ, ਐਡਜਰਨਮੈਂਟ ਹੁੰਦਾ ਹੈ। ਠੀਕ ਹੈ। ਇੱਕ ਆਪਣੇ ਕੋਲ ਐਡਜਰਨਮੈਂਟ ਸਿਨੇਡੀ ਹੁੰਦਾ, ਐਡਜਰਨਮੈਂਟ ਸਿਨੇਡੀਏ। ਠੀਕ ਹੈ। ਤਾਂ ਇਹ ਕੌਣ ਕਰੂਗਾ ਰਾਜੇ, ਇਹ ਦੋਨੇ ਕਰਦਾ ਹੁੰਦਾ ਹੈ ਆਪਣਾ ਪ੍ਰੀਜ਼ਾਈਡਿੰਗ ਆਫਿਸਰ, ਵੀ ਲੋਕ ਸਭਾ ਦੇ ਕੇਸ ਦੇ ਵਿੱਚ ਸਪੀਕਰ ਕਰੂਗਾ। ਠੀਕ ਹੈ। ਔਰ ਰਾਜ ਸਭਾ ਦੇ ਕੇਸ ਦੇ ਵਿੱਚ ਚੇਅਰਮੈਨ ਕਰੂਗਾ। ਠੀਕ ਹੈ। ਤਾਂ ਧਿਆਨ ਰੱਖਣਾ ਹੈ ਵੀ ਪ੍ਰੈਜ਼ੀਡੈਂਟ ਕਿਹੜੇ ਕੰਮ ਕਰ ਸਕਦਾ ਹੈ ਔਰ ਜਿਹੜਾ ਪ੍ਰੀਜ਼ਾਈਡਿੰਗ ਆਫਿਸਰ ਹੈ ਉਹ ਕਿਹੜੇ ਕੰਮ ਕਰ ਸਕਦਾ ਹੈ। ਠੀਕ ਹੈ। ਸਿੰਪਲ ਗੱਲ ਕਰਨੀ ਹੈ DSP, DSP। ਤਾਂ DSP ਕੌਣ ਕਰੂਗਾ, DSP ਹਮੇਸ਼ਾ ਕਰੂਗਾ ਆਪਣਾ ਪ੍ਰੈਜ਼ੀਡੈਂਟ ਕਰੂਗਾ, ਵੀ DSP ਵਾਲਾ ਕੋਈ ਵੀ ਕੰਮ ਕਰਨਾ ਹੈ। ਅਗਰ ਇਹ ਵਾਲੀ ਕੋਈ ਵੀ ਗੱਲ ਹੈ ਤਾਂ ਉਹ ਪ੍ਰੀਜ਼ਾਈਡਿੰਗ ਆਫਿਸਰ ਕਰੂਗਾ। ਠੀਕ ਹੈ। ਐਡਜਰਨਮੈਂਟ ਸੀਨੇਡੀਆ। DSP ਵਾਲਾ ਕੋਈ ਕੰਮ ਹੈ ਤਾਂ ਉਹ ਪ੍ਰੈਜ਼ੀਡੈਂਟ ਕਰੂਗਾ। ਇੱਥੋਂ ਆਪਾਂ ਯਾਦ ਰੱਖ ਸਕਦੇ ਹਾਂ। ਹੂ ਵਾਜ਼ ਦ ਓਰੀਜੀਨੇਟਰ ਆਫ ਭੂਦਾਨ ਮੂਵਮੈਂਟ, ਲੈਂਡ ਗਿਫਟ ਮੂਵਮੈਂਟ, ਵੀ ਜਦੋਂ ਲੈਂਡ ਨੂੰ ਗਿਫਟ ਕੀਤਾ ਜਾਂਦਾ ਸੀਗਾ। ਬਿਕਾਜ਼ ਦੇਖੋ ਆਜ਼ਾਦੀ ਤੋਂ ਬਾਅਦ ਰਾਜੇ ਆਪਣੇ ਲੈਂਡ ਰਿਫੋਰਮਸ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀਗੀ। ਠੀਕ ਹੈ। ਕਿਉਂਕਿ ਕਈ ਲੋਕਾਂ ਕੋਲ ਤਾਂ ਸੈਂਕੜੋ ਹਜ਼ਾਰੋਂ ਏਕੜ ਜ਼ਮੀਨ ਸੀਗੀ, ਕਈ ਲੋਕਾਂ ਕੋਲ ਬਿਲਕੁਲ ਲੈਂਡਲੈਸ ਲੇਬਰ ਸੀਗੇ ਉਹ। ਠੀਕ ਹੈ। ਉਹਨਾਂ ਕੋਲ ਜ਼ਮੀਨ ਨਹੀਂ ਸੀਗੀ। ਤਾਂ ਇੱਕ ਮਤਲਬ ਇੱਕ ਨੈਤਿਕ ਰਿਸਪੋਂਸੀਬਿਲਿਟੀ ਦੇ ਹਿਸਾਬ ਨਾਲ ਇੱਕ ਇਹ ਚੀਜ਼ ਬਣਾਈ ਗਈ ਕਿ ਹਾਂ ਜਿਹੜੇ ਵੱਡੇ ਜ਼ਮੀਂਦਾਰ ਨੇ ਉਹਨਾਂ ਨੂੰ ਆਪਣਾ ਕੁਝ ਪਾਰਟ ਆਫ ਲੈਂਡ ਲੋਕਾਂ ਦੇ ਵਿੱਚ ਡਿਸਟਰੀਬਿਊਟ ਕਰ ਦੇਣਾ ਚਾਹੀਦਾ ਹੈਗਾ। ਠੀਕ ਹੈ। ਅਗਰ ਤੁਹਾਡੇ ਕੋਲ 1000 ਏਕੜ ਹੈਗਾ ਤਾਂ ਤੁਸੀਂ ਉਹਦੇ ਵਿੱਚੋਂ ਥੋੜ੍ਹਾ ਪੋਰਸ਼ਨ ਰੱਖ ਕੇ ਮੇ ਬੀ ਅੱਧਾ ਪੋਰਸ਼ਨ ਰੱਖ ਲਓ ਅਤੇ ਬਾਕੀ ਅੱਧਾ ਪੋਰਸ਼ਨ ਤੁਸੀਂ ਲੋਕਾਂ ਦੇ ਵਿੱਚ ਵੰਡ ਦਿਓ ਜਿਹੜੇ ਕਿ ਗਰੀਬ ਲੋਕ ਨੇ। ਤਾਂ ਇਹਨੂੰ ਆਪਾਂ ਕਹਿੰਦੇ ਸੀ ਰਾਜੇ ਭੂਦਾਨ ਮੂਵਮੈਂਟ। ਠੀਕ ਹੈ। ਤਾਂ ਇਹਦਾ ਓਰੀਜੀਨੇਟਰ ਕੌਣ ਸੀ ਬੱਚੇ, ਇਹਦਾ ਓਰੀਜੀਨੇਟਰ ਸੀਗਾ ਆਚਾਰਿਆ ਵਿਨੋਬਾ ਭਾਵੇ। ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਠੀਕ ਹੈ। ਈਜ਼ੀ ਵੀ ਹੈਗਾ ਅਤੇ ਇੰਪੋਰਟੈਂਟ ਵੀ ਹੈਗਾ ਕਿ ਜਿਹੜੀ ਭੂਦਾਨ ਮੂਵਮੈਂਟ ਸੀ ਉਹ ਆਲਮੋਸਟ 1950s ਦੇ ਵਿੱਚ ਸਟਾਰਟ ਹੋਈ ਹੈ। 1951 ਆਪਾਂ ਬੇਸਿਕਲੀ ਕਹਿ ਸਕਦੇ ਹਾਂ। ਠੀਕ ਹੈ। ਕਿ ਭੂਦਾਨ ਮੂਵਮੈਂਟ ਇਹਦੋਂ ਸਟਾਰਟ ਹੋਈ ਹੈ। ਆਚਾਰਿਆ ਵਿਨੋਬਾ ਭਾਵੇ ਨੇ ਰਾਜੇ ਹੋਰ ਵੀ ਇੱਕ ਚੀਜ਼ ਸਟਾਰਟ ਕੀਤੀ ਸੀਗੀ, ਸਟਾਰਟ ਨਹੀਂ ਕੀਤੀ ਸੀ ਬੇਸਿਕਲੀ ਬਟ ਇੱਕ ਹੋਰ ਚੀਜ਼ ਦਾ ਪਾਰਟ ਨੇ, ਉਹ ਹੈਗਾ ਰਾਜੇ ਆਪਣਾ ਇੰਡੀਵਿਜੂਅਲ ਸੱਤਿਆਗ੍ਰਹਿ। ਹੀ ਵਾਜ਼ ਦ ਫਸਟ ਇੰਡੀਵਿਜੂਅਲ ਸੱਤਿਆਗ੍ਰਹੀ। ਇੰਡੀਵਿਜੂਅਲ ਸੱਤਿਆਗ੍ਰਹਿ ਕਿਹਨੇ ਸਟਾਰਟ ਕੀਤਾ ਸੀ, ਇਹ ਗਾਂਧੀ ਜੀ ਨੇ ਸਟਾਰਟ ਕੀਤਾ ਸੀਗਾ। ਠੀਕ ਹੈ। ਕਦੋਂ ਕੀਤਾ ਸੀ, 1940s ਦੇ ਵਿੱਚ। ਠੀਕ ਹੈ। ਤਾਂ ਜਿਹੜੇ ਵਿਨੋਬਾ ਭਾਵੇ ਸੀ ਉਹ ਪਹਿਲੇ ਸੱਤਿਆਗ੍ਰਹੀ ਸੀਗੇ, ਇੰਡੀਵਿਜੂਅਲ ਸੱਤਿਆਗ੍ਰਹੀ। ਸੈਕਿੰਡ ਨੰਬਰ 'ਤੇ ਕੌਣ ਸੀਗੇ, ਨਹਿਰੂ ਸਾਹਿਬ, ਜਵਾਹਰ ਲਾਲ ਨਹਿਰੂ। ਠੀਕ ਹੈ ਜੀ। ਅੱਛਾ, ਕਿਉਂ ਚਲਾਈ ਗਈ ਸੀ ਇਹ ਇੰਡੀਵਿਜੂਅਲ ਸੱਤਿਆਗ੍ਰਹਿ ਮੂਵਮੈਂਟ, ਕਿਉਂਕਿ ਅਗਸਤ ਆਫਰ ਨੇ ਸਾਨੂੰ ਕੁਝ ਖਾਸ ਦਿੱਤਾ ਨਹੀਂ ਹੈਗਾ ਸੀ। ਇਨ ਓਪੋਜੀਸ਼ਨ ਆਫ ਅਗਸਤ ਆਫਰ, ਜਦੋਂ ਇਹ ਕਦੋਂ ਆਇਆ ਸੀ ਰਾਜੇ, ਇਹ ਆਇਆ ਸੀ 1940 ਦੇ ਵਿੱਚ ਓਬਵੀਅਸਲੀ ਅਗਸਤ ਦੇ ਵਿੱਚ। ਅਤੇ ਜਦੋਂ ਇਸ ਆਫਰ ਨੇ ਸਾਨੂੰ ਕੁਝ ਖਾਸ ਨਹੀਂ ਦਿੱਤਾ, ਅਸੀਂ ਨਹੀਂ ਇਹਦੇ ਨਾਲ ਸੈਟਿਸਫਾਈ ਹੋਏ, ਤਾਂ ਅਸੀਂ ਇੱਕ ਲਿਮਿਟਡ ਜਿਹਾ ਸੱਤਿਆਗ੍ਰਹਿ ਚਲਾਇਆ ਜਿਹਦਾ ਨਾਮ ਅਸੀਂ ਰੱਖਿਆ ਇੰਡੀਵਿਜੂਅਲ ਸੱਤਿਆਗ੍ਰਹਿ ਜਾਂ ਫਿਰ ਲਿਮਿਟਡ ਸੱਤਿਆਗ੍ਰਹਿ ਉਸੇ ਸਾਲ ਦੇ ਵਿੱਚ। ਠੀਕ ਹੈ। ਤਾਂ ਪਹਿਲੇ ਸੱਤਿਆਗ੍ਰਹੀ ਆਪਣੇ ਆਚਾਰਿਆ ਵਿਨੋਬਾ ਭਾਵੇ ਸੀ ਔਰ ਸੈਕਿੰਡ ਸੀਗੇ ਨਹਿਰੂ ਜੀ। ਠੀਕ ਹੈ। ਚਲੋ, ਕੋਨਾਰਕ ਸਨ ਟੈਂਪਲ ਇਜ਼ ਸਿਚੁਏਟਡ ਇਨ, ਕੋਨਾਰਕ ਸਨ ਟੈਂਪਲ। ਠੀਕ ਹੈ। ਦੇਖੋ ਕੋਨਾਰਕ ਜਗ੍ਹਾ ਦਾ ਹੀ ਨਾਮ ਹੈ ਬੇਸਿਕਲੀ, ਤਾਂ ਇਹਦਾ ਈਜ਼ੀ ਆਨਸਰ ਹੈ ਕਿ ਉੜੀਸਾ ਦੇ ਵਿੱਚ ਹੈਗਾ। ਠੀਕ ਹੈ। ਉੜੀਸਾ ਦੇ ਵਿੱਚ ਆਪਣਾ ਕੋਨਾਰਕ ਸਨ ਟੈਂਪਲ ਹੈਗਾ ਰਾਜੇ। ਇਹ ਉਹਦੀ ਇਮੇਜਸ ਨੇਗੀਆਂ, ਕਾਫੀ ਫੇਮਸ ਟੈਂਪਲ ਹੈ, ਕਾਫੀ ਇੰਪੋਰਟੈਂਟ ਟੈਂਪਲ ਹੈ ਬੇਸਿਕਲੀ। ਸਨ ਟੈਂਪਲ ਮਤਲਬ ਸੂਰਜ ਦਾ ਟੈਂਪਲ ਸਮਝ ਆਉਂਦਾ ਆਪਾਂ ਨੂੰ। ਠੀਕ ਹੈ। ਔਰ ਰਾਜੇ ਕਿੱਥੇ, ਉੜੀਸਾ ਦੇ ਵਿੱਚ ਹੈਗਾ ਬਿਲਕੁਲ। ਠੀਕ ਹੈ। ਔਰ ਕਿਹਨੇ ਬਣਾਇਆ ਸੀ ਰਾਜੇ, ਇਹ ਬਣਾਇਆ ਸੀ ਨਰਸਿਮਹਾ ਵਰਮਨ 1, ਨਰਸਿਮਹਾ ਵਰਮਨ 1। ਠੀਕ ਹੈ। ਬੇਸਿਕਲੀ ਗੰਗਾ ਰੂਲਰ ਸੀਗੇ ਇਹ, ਗੰਗਾ ਰੂਲਰਸ ਆਫ ਉੜੀਸਾ, ਗੰਗਾ ਰੂਲਰਸ। ਉੜੀਸਾ ਦੇ ਵਿੱਚ ਇਹ ਗੰਗਾ ਰੂਲਰਸ ਦੀ ਡਾਇਨੈਸਟੀ ਨੇ ਇੱਕ ਰੂਲ ਕੀਤਾ ਹੈਗਾ, ਤਾਂ ਗੰਗਾ ਰੂਲ ਨੇ ਬਣਾਇਆ ਆਲਮੋਸਟ 12th ਸੈਂਚੁਰੀ ਦੇ ਵਿੱਚ, 12ਵੀਂ ਸਦੀ ਦਾ ਟੈਂਪਲ ਹੈ ਇਹ ਕੋਨਾਰਕ ਸਨ ਟੈਂਪਲ। ਠੀਕ ਹੈ ਜੀ। ਇਹਨੂੰ ਬੇਸਿਕਲੀ ਆਪਾਂ ਬਲੈਕ ਪਗੋੜਾ ਵੀ ਕਹਿ ਦਿੰਦੇ ਹਾਂ, ਬਲੈਕ ਪਗੋੜਾ। ਪਗੋੜਾ ਮਤਲਬ ਕੀ ਹੁੰਦਾ, ਪਗੋੜਾ ਮਤਲਬ ਟੈਂਪਲ ਹੁੰਦਾ, ਅਤੇ ਬਲੈਕ ਕਿਉਂਕਿ ਇਹ ਬਲੈਕ ਸਟੋਨ ਦਾ ਬਣਿਆ ਹੋਇਆ ਹੈਗਾ। ਠੀਕ ਹੈ। ਤਾਂ ਕਰਕੇ ਇਹਨੂੰ ਬਲੈਕ ਪਗੋੜਾ ਵੀ ਕਹਿ ਦਿੰਦੇ ਹਾਂ। ਇੱਕ ਚੀਜ਼ ਹੋਰ ਵਾਸਤੇ ਫੇਮਸ ਹੈ ਰਾਜੇ, ਇਹ ਫੀਮੇਲ ਇਰੋਟਿਕ ਸਕਲਪਚਰ ਵਾਸਤੇ ਫੇਮਸ ਹੈਗਾ। ਠੀਕ ਹੈ। ਇਰੋਟਿਕ ਸਕਲਪਚਰ ਵਾਸਤੇ ਕਾਫੀ ਫੇਮਸ ਹੈ ਇਹ। ਠੀਕ ਹੈ ਜੀ। ਕੋਨਾਰਕ ਸਨ ਟੈਂਪਲ ਕਾਫੀ ਇੰਪੋਰਟੈਂਟ ਟੈਂਪਲ ਹੈ ਉੜੀਸਾ ਦੇ ਵਿੱਚ। ਠੀਕ ਹੈ। ਅੱਛਾ, ਉੜੀਸਾ ਦੇ ਵਿੱਚ ਰਾਜੇ ਹੋਰ ਵੀ 2-3 ਟੈਂਪਲਸ ਨੇ ਜਿਹੜੇ ਕਾਫੀ ਫੇਮਸ ਨੇ, ਕਾਫੀ ਇੰਪੋਰਟੈਂਟ ਨੇ ਪੇਪਰ ਪੁਆਇੰਟ ਆਫ ਵਿਊ ਤੋਂ। ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਾਜੇ ਜਗਨਨਾਥ ਟੈਂਪਲ। ਕਿੱਥੇ ਹੈ, ਪੁਰੀ ਦੇ ਵਿੱਚ। ਈਵਨ ਜਿਹੜਾ ਕੋਨਾਰਕ ਟੈਂਪਲ ਸੀ ਇਹ ਵੀ ਨੀਅਰ ਅਬਾਊਟ ਪੁਰੀ ਹੀ ਹੈ। ਜਿਹੜਾ ਕੋਨਾਰਕ ਹੈ ਇਹ ਪੁਰੀ ਦੇ ਨੇੜੇ ਹੈਗਾ ਜਸਟ। ਠੀਕ ਹੈ। ਅਤੇ ਜਿਹੜਾ ਜਗਨਨਾਥਪੁਰੀ ਟੈਂਪਲ ਹੈ ਰਾਜੇ, ਆਪਾਂ ਬਲਕਿ ਨਾਮ ਹੀ ਜਗਨਨਾਥਪੁਰੀ ਕਹਿੰਦੇ ਹਾਂ, ਹੈ ਨਾ। ਤਾਂ ਪੁਰੀ ਇੱਕ ਜਗ੍ਹਾ ਦਾ ਨਾਮ ਹੈ ਉੜੀਸਾ ਦੇ ਵਿੱਚ। ਸਾਰੇ ਆਪਾਂ ਟੈਂਪਲ ਤਿੰਨੇ ਇਹ ਉੜੀਸਾ ਦੇ ਵਿੱਚ ਹੀ ਪੜ੍ਹ ਰਹੇ ਹਾਂ। ਠੀਕ ਹੈ। ਤਾਂ ਪੁਰੀ ਕਰਕੇ ਇੱਕ ਜਗ੍ਹਾ ਹੈਗੀ ਹੈ, ਸ਼ਹਿਰ ਹੈਗਾ, ਜਗਨਨਾਥ ਟੈਂਪਲ ਉੱਥੇ ਬਣਿਆ ਹੋਇਆ ਹੈਗਾ। ਅਤੇ ਕਾਹਦੇ ਵਾਸਤੇ ਫੇਮਸ ਹੈ ਰਾਜੇ, ਇਹ ਫੇਮਸ ਹੈ ਰਾਜੇ ਮੂਰਤੀਆਂ ਦੀ। ਇੱਕ ਜਦ ਦੇਖੋ ਮੇਲਾ ਲੱਗਦਾ ਜਗਨਨਾਥ ਦਾ, ਉਹ ਵੀ ਦੁਸ਼ਹਿਰੇ ਦਾ ਮੇਲਾ ਬਹੁਤ ਫੇਮਸ ਹੈਗਾ, ਆਲ ਓਵਰ ਇੰਡੀਆ ਫੇਮਸ ਹੈ ਜਗਨਨਾਥ ਦਾ ਟੈਂਪਲ, ਜਗਨਨਾਥ ਦਾ ਜਿਹੜਾ ਮੇਲਾ ਹੈ। ਠੀਕ ਹੈ। ਜਿਵੇਂ ਕੁੱਲੂ ਦਾ ਮੇਲਾ ਫੇਮਸ ਹੈ ਉਸੇ ਤਰ੍ਹਾਂ। ਤਾਂ ਰਾਜੇ ਪੁਰੀ ਦੇ ਵਿੱਚ ਹੈਗਾ ਟੈਂਪਲ। ਇੱਕ ਕੀ ਹੁੰਦਾ ਰਾਜੇ ਇਹਦੇ ਵਿੱਚ, ਜਿਹੜੇ ਆਈਡਲਸ ਨੇਗੇ, ਜਿਹੜੀਆਂ ਮੂਰਤੀਆਂ ਨੇਗੀਆਂ। ਠੀਕ ਹੈ। ਜਿਹੜੇ ਵੀ ਇੱਥੇ ਵਿਸ਼ਨੂੰ ਜਾਂ ਹੋਰ ਕਿਸੇ ਦੀ ਵੀ ਜਿਹੜੀਆਂ ਮੂਰਤੀਆਂ ਨੇਗੀਆਂ, ਪਹਿਲੀ ਗੱਲ ਤਾਂ ਉਹ ਵੁੱਡ ਦੀਆਂ ਬਣੀਆਂ ਹੋਈਆਂ, ਲੱਕੜ ਦੀਆਂ ਬਣੀਆਂ ਹੋਈਆਂ ਨੇਗੀਆਂ। ਠੀਕ ਹੈ।
ਤੇ ਹਰ 12 ਤੋਂ 19 ਸਾਲ ਦੇ ਵਿੱਚ ਰਾਜੇ, ਜਾਂ 12ਵੇਂ ਸਾਲ ਜਾਂ 19ਵੇਂ ਸਾਲ ਕੀ ਹੁੰਦਾ ਇਹਨਾਂ ਆਈਡਲਸ ਨੂੰ ਚੇਂਜ ਕੀਤਾ ਜਾਂਦਾ ਹੈਗਾ, ਠੀਕ ਹੈ। ਨਵੀਆਂ ਆਈਡਲਸ ਲੈ ਕੇ ਆਈਆਂ, ਨਵੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਨੇਗੀਆਂ, ਠੀਕ ਹੈ। ਤਾਂ ਇਹਦਾ ਇੱਕ ਸਪੈਸ਼ਲ ਨਾਮ ਰੱਖਦੇ ਨੇ ਉਹ ਨਵ ਕਲੇਬਰਾ। ਨਵ ਮਤਲਬ ਨਵਾਂ, ਨਵ ਕਲੇਬਰਾ, ਠੀਕ ਹੈ। ਤਾਂ ਓਡੀਸ਼ੀ ਦੇ ਵਿੱਚ ਇਹ ਵਰਡ ਆਉਂਦਾ ਹੈਗਾ ਕਿ ਹਰ 12 ਜਾਂ 19 ਸਾਲ ਤੋਂ ਬਾਅਦ ਜਿਹੜੀ ਇਹ ਮੂਰਤੀਆਂ ਨੇ ਰਾਜੇ ਇਹਨਾਂ ਨੂੰ ਨਵਾਂ ਚੇਂਜ ਕੀਤਾ ਜਾਂਦਾ ਹੈਗਾ, ਠੀਕ ਹੈ। ਅਤੇ ਕਾਫੀ ਫੇਮਸ ਹੈ ਇਹ ਚੀਜ਼ ਪੂਰੀ ਦੀ, ਜਗਨਨਾਥਪੁਰੀ ਟੈਂਪਲ, ਠੀਕ ਹੈ ਜੀ। ਚਲੋ ਮੁਕਤੇਸ਼ਵਰ ਟੈਂਪਲ ਅਤੇ ਲਿੰਗਾਰਾਜਾ ਟੈਂਪਲ, ਇਹ ਵੀ ਦੋਨੋਂ ਉੜੀਸਾ ਦੇ ਵਿੱਚ ਨੇਗੇ ਰਾਜੇ। ਬੇਸਿਕਲੀ ਭੁਵਨੇਸ਼ਵਰ ਦੇ ਵਿੱਚ ਨੇ ਦੋਨੇ, ਇਹ ਭੁਵਨੇਸ਼ਵਰ ਦੇ ਵਿੱਚ, ਉੜੀਸਾ ਦੀ ਕੈਪੀਟਲ ਹੈ ਭੁਵਨੇਸ਼ਵਰ, ਠੀਕ ਹੈ ਜੀ, ਭੁਵਨੇਸ਼ਵਰ, ਠੀਕ ਹੈ। ਭੁਵਨੇਸ਼ਵਰ ਦੇ ਵਿੱਚ ਹੈਗੇ ਨੇ ਦੋਨੋਂ ਟੈਂਪਲ। ਔਰ ਇਹ ਦੋਨੋਂ ਟੈਂਪਲ ਕਿਹਨੇ ਬਣਵਾਏ ਨੇ ਰਾਜੇ? ਜਜਾਤੀ ਕੇਸ਼ਰੀ ਨੇ, ਜਜਾਤੀ ਕੇਸ਼ਰੀ। ਅਗੇਨ ਇਹ ਵੀ ਰਾਜੇ ਕੀ ਨੇ? ਗੰਗਾ ਰੂਲਰਸ ਹੀ ਨੇਗੇ, ਠੀਕ ਹੈ। ਸਾਰੇ ਹੀ ਗੰਗਾ ਰੂਲਰਸ ਨੇ ਬਣਵਾਏ ਨੇਗੇ। ਇੱਕ ਚੀਜ਼ ਹੋਰ ਬੱਚੇ, ਜਿਵੇਂ ਆਪਣਾ ਕੋਨਾਰਕ ਟੈਂਪਲ ਆਪਣਾ ਬਲੈਕ ਪਗੋੜਾ ਸੀਗਾ, ਠੀਕ ਹੈ, ਬਲੈਕ ਪਗੋੜਾ। ਉਸੇ ਤਰ੍ਹਾਂ ਜਿਹੜਾ ਜਗਨਨਾਥਪੁਰੀ ਟੈਂਪਲ ਹੈ ਇਹਨੂੰ ਵਾਈਟ ਪਗੋੜਾ ਵੀ ਕਹਿੰਦੇ ਆ, ਠੀਕ ਹੈ। ਇਹ ਵੀ ਧਿਆਨ ਰੱਖਣਾ, ਵਾਈਟ ਪਗੋੜਾ, ਵਾਈਟ ਟੈਂਪਲ, ਪਗੋੜਾ ਮਤਲਬ ਟੈਂਪਲ ਹੈ, ਸਿੰਪਲ ਜੀ ਗੱਲ ਹੈ, ਠੀਕ ਹੈ। ਔਰ ਜਿਹੜਾ ਰਾਜੇ ਮੁਕਤੇਸ਼ਵਰ ਟੈਂਪਲ ਹੈ ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਜੈਮ ਆਫ ਉੜੀਸਾ ਆਰਕੀਟੈਕਚਰ, ਠੀਕ ਹੈ ਜੀ। ਜੈਮ ਆਫ ਉੜੀਸਾ ਆਰਕੀਟੈਕਚਰ ਕਿਹਾ ਜਾਂਦਾ ਕਿਹਨੂੰ? ਮੁਕਤੇਸ਼ਵਰ ਟੈਂਪਲ ਨੂੰ, ਠੀਕ ਹੈ। ਹਰ ਟੈਂਪਲ ਦਾ ਧਿਆਨ ਰੱਖਣਾ ਕਿਹੜੇ ਟੈਂਪਲ ਨੂੰ ਕੀ ਕਿਹਾ ਜਾਂਦਾ, ਇੰਪੋਰਟੈਂਟ ਨੇ ਟੈਂਪਲਸ ਆਪਣੇ ਪੇਪਰ ਪੁਆਇੰਟ ਆਫ ਵਿਊ ਤੋਂ। ਟੈਂਪਲਸ ਦੇ ਵਿੱਚੋਂ ਕਲਚਰ ਦੇ ਵਿੱਚੋਂ ਕਾਫੀ ਕੁਐਸਚਨ ਆਉਂਦੇ ਨੇਗੇ, ਠੀਕ ਹੈ। ਇਸੇ ਕਰਕੇ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਕੀਤੀ ਹੈ ਇਹ ਚੀਜ਼। ਚਲੋ ਰਿਮੇਨਸ ਆਫ ਵਿਜੇਨਗਰ ਐਮਪਾਇਰ ਕੈਨ ਬੀ ਫਾਊਂਡ ਇਨ ਵਿਜੇਨਗਰ ਐਮਪਾਇਰ। ਆਪਾਂ ਨੂੰ ਪਤਾ ਰਾਜੇ 15ਵੀਂ 16ਵੀਂ ਸਦੀ ਦੇ ਵਿੱਚ ਕਾਫੀ ਫੇਮਸ ਸੀਗਾ। ਇਹਦਾ ਇੱਕ ਇੰਪੋਰਟੈਂਟ ਰੂਲਰ ਸੀ ਰਾਜੇ, ਕੌਣ ਸੀ? ਕ੍ਰਿਸ਼ਨ ਦੇਵ ਰਾਇਆ। ਬਹੁਤ ਹੀ ਇੰਪੋਰਟੈਂਟ ਰੂਲਰ ਨੇ ਇਹ, ਕ੍ਰਿਸ਼ਨ ਦੇਵ ਰਾਇਆ, ਠੀਕ ਹੈ। ਤੁਸੀਂ ਅਗਰ ਇੱਕ ਐਪੀਸੋਡ ਵੀ ਆਉਂਦਾ ਹੁੰਦਾ ਸੀ TV 'ਤੇ, ਮੈਨੂੰ ਪਤਾ ਨਹੀਂ ਕਿਸ ਚੈਨਲ ਦੇ ਉੱਪਰ, ਤਿਲਾਨੀ ਰਾਮਾ ਕਰਕੇ ਇੱਕ ਆਉਂਦਾ ਸੀਗਾ, ਠੀਕ ਹੈ। ਤਾਂ ਉਹ ਜਿਹੜਾ ਤਿਲਾਨੀ ਰਾਮਾ ਸੀ ਉਹ ਕ੍ਰਿਸ਼ਨ ਦੇਵ ਰਾਏ ਦੀ ਕੋਰਟ ਦੇ ਵਿੱਚ ਹੀ ਸੀਗਾ, ਇੱਕ ਮਿਨਿਸਟਰ ਟਾਈਪ ਸੀਗਾ ਬੰਦਾ, ਠੀਕ ਹੈ, ਇੱਕ ਬ੍ਰਾਹਮਣ ਟਾਈਪ ਬੰਦਾ ਸੀ। ਤਾਂ ਉਹ ਕ੍ਰਿਸ਼ਨ ਦੇਵ ਰਾਏ ਦੀ ਕੋਰਟ ਦੇ ਵਿੱਚ ਸੀ, ਤਿਲਾਨੀ ਰਾਮਾ ਕਰਕੇ, ਠੀਕ ਹੈ। ਕਾਫੀ ਇੰਪੋਰਟੈਂਟ ਬੰਦਾ ਉਹ ਵੀ। ਤਾਂ ਵਿਜੇਨਗਰ ਅੰਪਾਇਰ ਦੇ ਰਿਮੇਨ ਪੁੱਛ ਰਿਹਾ ਵੀ ਕਿਹੜੇ ਸ਼ਹਿਰ ਦੇ ਵਿੱਚ ਨੇ ਬੇਸਿਕਲੀ, ਠੀਕ ਹੈ। ਤਾਂ ਡੈਕਨ, ਆਪਾਂ ਨੂੰ ਪਤਾ ਰਿਹਾ ਜੀ ਡੈਕਨ ਦੇ ਵਿੱਚ ਹੈਗਾ ਇਹ, ਜੇ ਆਪਣਾ ਇੰਡੀਆ ਹੈਗਾ। ਤਾਂ ਇੱਥੇ ਜੇ ਕਿਤੇ ਹੈਗਾ ਜੇ ਕਰਨਾਟਕ ਦੇ ਵਿੱਚ ਬੇਸਿਕਲੀ। ਤਾਂ ਹੰਪੀ ਜਿਹੜਾ ਸ਼ਹਿਰ ਹੈ ਬੱਚੇ ਕਰਨਾਟਕ ਦੇ ਵਿੱਚ, ਅੱਜ ਦਾ ਮਾਡਰਨ ਨੇਮ ਇਹਦਾ ਹੰਪੀ ਹੈਗਾ, ਠੀਕ ਹੈ। ਤਾਂ ਵਿਜੇਨਗਰ ਅੰਪਾਇਰ ਪਹਿਲਾਂ ਜਿਹੜੀ ਵਿਜੇਨਗਰ ਦੀ ਸੀਟ ਸੀ ਉਹ ਹੰਪੀ ਹੀ ਸੀਗੀ, ਠੀਕ ਹੈ। ਤਾਂ ਹੰਪੀ ਬਿਲਕੁਲ ਆਪਾਂ ਨੂੰ ਜਿਹੜੇ ਕਿ ਵਿਜੇਨਗਰ ਅੰਪਾਇਰ ਦੇ ਰਿਮੇਨਸ ਨੇ, ਠੀਕ ਹੈ, ਉਹ ਹੰਪੀ ਦੇ ਵਿੱਚ ਮਿਲਦੇ ਨੇ। ਰਿਮੇਨਸ ਮਤਲਬ ਕਿ ਵੀ ਇਹਨਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ, ਕੋਈ ਟੈਂਪਲਸ ਬਣਾਏ ਗਏ ਨੇ, ਕੁਛ ਵੀ, ਮਤਲਬ ਉਹ ਆਪਾਂ ਨੂੰ ਹੰਪੀ ਦੇ ਵਿੱਚ ਮਿਲਦੇ ਹੈਗੇ, ਠੀਕ ਹੈ। ਦੇਖ ਲੈਣਾ ਹੰਪੀ ਕਿੱਥੇ ਹੈ ਬੱਚੇ? ਹੰਪੀ ਬੇਸਿਕਲੀ ਕਰਨਾਟਕ ਦੇ ਵਿੱਚ ਹੈ ਪਹਿਲੀ ਗੱਲ ਤਾਂ, ਠੀਕ ਹੈ। ਇਹ ਹੰਪੀ ਦੀ ਲੋਕੇਸ਼ਨ ਹੈ। ਬੈਂਗਲੋਰ ਦੇਖੋ, ਬੈਂਗਲੋਰ ਬਿਲਕੁਲ ਸਾਊਥ ਦੇ ਵਿੱਚ ਆ ਗਿਆ, ਹੰਪੀ ਬਿਲਕੁਲ ਨਾਰਥ ਦੇ ਵਿੱਚ ਆ ਗਿਆ, ਠੀਕ ਹੈ। ਔਰ ਇੱਕ ਚੀਜ਼ ਹੰਪੀ ਦੀ ਫੇਮਸ ਕੀ ਹੈ ਰਾਜੇ? ਹੁਣ ਇਸ ਦੇ ਵਿੱਚ ਕਈ ਟੈਂਪਲ ਨੇ, ਜਿਵੇਂ ਵਿਰੂਪਕਸ਼ਾ ਟੈਂਪਲ, ਵੈਕੁੰਠ ਪੈਰੂਮਲ ਟੈਂਪਲ, ਠੀਕ ਹੈ। ਤਾਂ ਕਈ ਟੈਂਪਲਸ ਨੇ, ਤੁਸੀਂ ਇੱਕ ਵਾਰੀ ਗੂਗਲ ਕਰਕੇ ਜ਼ਰੂਰ ਦੇਖਣਾ ਹੈ ਵੀ ਹੰਪੀ ਦੇ ਵਿੱਚ ਕਿਹੜੇ ਟੈਂਪਲ ਨੇ, ਠੀਕ ਹੈ। ਉਹ ਸਾਰੇ ਟੈਂਪਲਸ ਓਬਵੀਅਸਲੀ ਜਿਹੜਾ ਕਿ ਹੈ ਵਿਜੇਨਗਰ ਅੰਪਾਇਰ ਨੇ ਬਣਾਏ ਨੇਗੇ, ਠੀਕ ਹੈ। ਤਾਂ ਵਿਜੇਨਗਰ ਅੰਪਾਇਰ ਦੀ ਰਾਜੇ ਇੱਕ ਚੀਜ਼ ਹੋਰ ਫੇਮਸ ਹੈਗੀ ਬੇਸਿਕਲੀ ਕ੍ਰਿਸ਼ਨ ਦੇਵ ਰਾਏ ਦੀ, ਕਿ ਇਹ ਕਲਿਆਣਮ ਮੰਡਪਾ, ਇੱਕ ਇਹ ਟੈਂਪਲ ਬਣਾਉਂਦੇ ਸੀ, ਕਲਿਆਣਮ ਮੰਡਪਾ ਵੀ ਤੁਸੀਂ ਟੈਂਪਲ ਸਮਝ ਸਕਦੇ ਹੋ ਥੋੜ੍ਹਾ ਬਹੁਤਾ, ਠੀਕ ਹੈ। ਤਾਂ ਕਲਿਆਣਮ ਮੰਡਪਾ ਦੇ ਵਿੱਚ ਕੀ ਸੀ ਰਾਜੇ? ਇਹਦੇ ਵਿੱਚ ਮੇਲ ਅਤੇ ਫੀਮੇਲ ਗੋਡਸ ਦਾ ਕੀ ਸੀ ਰਾਜੇ? ਕੀ ਹੈ? ਮੈਰਿਜ, ਕਲਿਆਣ ਮਤਲਬ ਮੈਰਿਜ ਹੁੰਦਾ ਹੈਗਾ, ਠੀਕ ਹੈ। ਕੰਨੜ ਦੇ ਵਿੱਚ ਕਲਿਆਣ ਮਤਲਬ ਮੈਰਿਜ, ਅਤੇ ਕਲਿਆਣ ਕਰਵਾਇਆ ਜਾਂਦਾ ਸੀ, ਮੈਰਿਜ ਕਰਵਾਈ ਜਾਂਦੀ ਸੀ ਮੇਲ ਅਤੇ ਫੀਮੇਲ ਗੋਡ ਦਾ, ਠੀਕ ਹੈ, ਇਸ ਟੈਂਪਲ ਦੇ ਵਿੱਚ। ਤਾਂ ਮਤਲਬ ਕਾਫੀ ਨਵੀਆਂ ਚੀਜ਼ਾਂ ਇਹਨਾਂ ਨੇ ਇਸ ਵਿਜੇਨਗਰ ਅੰਪਾਇਰ ਦੇ ਵਿੱਚ ਇਜਾਦ ਕੀਤੀਆਂ ਗਈਆਂ ਰਿਲੀਜਨ ਦੇ ਪਰਸਪੈਕਟਿਵ ਤੋਂ, ਠੀਕ ਹੈ। ਤਾਂ ਸਾਰਾ ਇਹਨਾਂ ਦੀ ਸੀਟ ਹੈਗੀ ਹੰਪੀ ਬਿਲਕੁਲ, ਠੀਕ ਹੈ। ਔਰ ਹੰਪੀ ਦੀ ਰਾਜੇ ਇੱਕ ਚੀਜ਼ ਫੇਮਸ ਇਹ ਹੈਗੀ, ਇੰਪੋਰਟੈਂਟ ਇਹ ਹੈ ਕਿ ਇਹ ਟੁੰਗਭਦਰਾ ਰਿਵਰ ਦੇ ਕੰਢੇ ਦੇ ਉੱਪਰ ਬਣਿਆ ਹੋਇਆ ਹੈਗਾ, ਠੀਕ ਹੈ। ਇਹ ਇੰਪੋਰਟੈਂਟ ਤਾਂ ਹੈ ਕਿਉਂਕਿ UPSC ਦੇ ਵਿੱਚ ਇਹ ਸਵਾਲ ਪੁੱਛ ਚੁੱਕੇ ਨੇਗੇ, ਠੀਕ ਹੈ, ਵੀ ਹੰਪੀ ਜਿਹੜਾ ਸ਼ਹਿਰ ਹੈ ਕਿਹੜੀ ਨਦੀ ਦੇ ਕੰਢੇ ਬਣਿਆ ਹੋਇਆ ਹੈਗਾ? ਟੁੰਗਭਦਰਾ ਰਿਵਰ, ਬਿਲਕੁਲ ਸਹੀ ਹੈ ਜੀ, ਠੀਕ ਹੈ। ਟੁੰਗਭਦਰਾ ਕੌਣ ਹੈ ਰਾਜੇ? ਕ੍ਰਿਸ਼ਨਾ ਨਦੀ ਦੀ ਟ੍ਰਿਬਿਊਟਰੀ ਹੈਗੀ ਆ, ਠੀਕ ਹੈ। ਜਿਹੜੀ ਆਪਣੀ ਕ੍ਰਿਸ਼ਨਾ ਨਦੀ ਹੈਗੀ ਹੈ ਉਹਦੀ ਟ੍ਰਿਬਿਊਟਰੀ ਹੈਗੀ ਟੁੰਗਭਦਰਾ, ਠੀਕ ਹੈ। ਕ੍ਰਿਸ਼ਨਾ ਨਦੀ ਇੱਥੇ ਜੇ ਕਿਤੇ ਆਓ, ਇੱਥੇ ਜੇ ਕਿਤੇ ਮਿਲਣਗੇ ਆ ਕੇ। ਕ੍ਰਿਸ਼ਨਾ ਸਾਗਰ ਡੈਮ, ਨਾਗਾਰਜੁਨ ਸਾਗਰ ਡੈਮ, ਸੌਰੀ। ਚਲੋ ਨੈਕਸਟ ਮੂਵ ਔਨ ਕਰਦੇ ਹਾਂ। ਦ ਰਿਵਰ ਵਿਚ ਫਲੋਜ਼ ਬਿਟਵੀਨ ਵਿੰਧਿਆਸ ਐਂਡ ਸਤਪੁੜਾ। ਵਿੰਧਿਆਸ ਅਤੇ ਸਤਪੁੜਾ ਦੋ ਮਾਊਂਟੇਨ ਰੇਂਜਿਸ ਨੇ ਆਪਣੀਆਂ, ਆਪਾਂ ਨੂੰ ਪਤਾ ਹੈ। ਅਤੇ ਆਪਾਂ ਨੂੰ ਪਤਾ ਰਾਜੇ ਇਹਨਾਂ ਦੇ ਵਿੱਚ ਰਿਵਰ ਕਿਹੜੀ ਫਲੋ ਕਰਦੀ ਹੈ? ਬਿਲਕੁਲ ਈਜ਼ੀ ਕੁਐਸਚਨ ਹੈ। ਨਰਮਦਾ ਨਦੀ ਇਹਨਾਂ ਦੋਨਾਂ ਮਾਊਂਟੇਨ ਰੇਂਜਿਸ ਦੇ ਵਿੱਚ ਫਲੋ ਕਰਦੀ ਹੈ, ਠੀਕ ਹੈ। ਹੁਣ ਕਿਉਂਕਿ ਦੋਨੋਂ ਮਾਊਂਟੇਨ ਰੇਂਜਿਸ ਨੇਗੇ, ਜੇ ਆਪਾਂ ਮੰਨ ਕੇ ਚੱਲੀਏ, ਦੇਖੋ ਇਹ ਵੀ ਮਾਊਂਟੇਨ ਰੇਂਜ ਹੈ, ਇਹ ਵੀ ਮਾਊਂਟੇਨ ਰੇਂਜ ਹੈ। ਤਾਂ ਜਿਹੜੀ ਨਦੀ ਇਹਦੇ ਵਿੱਚ ਫਲੋ ਕਰੇਗੀ ਰਾਜੇ ਉਹ ਇੱਕ ਰਿਫਟ ਵੈਲੀ ਦੇ ਵਿੱਚ ਫਲੋ ਕਰੇਗੀ, ਰਿਫਟ ਵੈਲੀ, ਠੀਕ ਹੈ। ਤਾਂ ਇਹ ਵੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜਿਹੜੇ ਨਰਮਦਾ ਹੈਗੀ ਉਹ ਇੱਕ ਰਿਫਟ ਵੈਲੀ ਦੇ ਵਿੱਚ ਫਲੋ ਕਰਦੀ ਹੈ। ਇਹ ਵੀ ਇੰਪੋਰਟੈਂਟ ਹੈ, ਕੁਐਸਚਨ ਆ ਜਾਂਦਾ ਹੁੰਦਾ, ਠੀਕ ਹੈ। ਤਾਂ ਦੇਖੋ ਉੱਪਰ ਹੈਗਾ ਵਿੰਧਿਆਸ, ਠੀਕ ਹੈ, ਨੀਚੇ ਹੈਗਾ ਆਪਣਾ ਸਤਪੁੜਾਸ, ਅਤੇ ਵਿਚਾਲੇ ਜਿਹੜੀ ਨਰਮਦਾ ਨਦੀ ਫਲੋ ਕਰ ਰਹੀ ਹੈਗੀ, ਠੀਕ ਹੈ ਜੀ। ਚਲੋ
ਹੋਰ ਕਿਹੜੀ ਨਦੀਆਂ ਰਾਜੇ ਉੱਪਰ ਹੈਗੀ ਦੇਖੋ ਮਾਹੀ, ਨੀਚੇ ਹੈਗੀ ਤਾਪੀ, ਤਾਂ ਇਹਦੇ ਉੱਪਰ ਵੀ ਇੱਕ ਹੋਰ ਹੈਗੀ ਸਾਬਰਮਤੀ। ਤਾਂ ਇੱਕ ਹਾਇਰਾਰਕੀ ਬਣਦੀ ਹੈ ਉੱਪਰ ਤੋਂ ਨੀਚੇ, ਨੌਰਥ ਟੂ ਸਾਊਥ, ਸਾਬਰਮਤੀ, ਮਹੀ, ਨਰਮਦਾ, ਤਾਪੀ, SMNT। ਇਹ ਵੀ ਤੁਸੀਂ ਹਾਇਰਾਰਕੀ ਯਾਦ ਕਰ ਸਕਦੇ ਹੋ, ਜਿਹੜੀ ਕਿ ਨੌਰਥ ਟੂ ਸਾਊਥ ਹੈਗੀ, ਨੌਰਥ ਟੂ ਸਾਊਥ, ਸਾਬਰਮਤੀ, ਮਹੀ, ਨਰਮਦਾ, ਤਾਪੀ। ਠੀਕ ਹੈ, ਇਹ ਇੱਦਾਂ ਉਰੇ ਇੱਥੇ ਸਾਰੀ ਮਰਜ ਕਰਦੀਆਂ ਨੇ, ਇੱਥੇ ਜਾ ਕੇ ਸਾਬਰਮਤੀ ਆ ਜਾਂਦੀ ਹੈ, ਇੱਥੇ ਮਹੀ, ਇੱਥੇ ਨਰਮਦਾ, ਇੱਥੇ ਤਾਪੀ, ਇੱਦਾਂ ਆ ਜਾਂਦੀ ਨੇ ਬਸ। ਸਾਬਰਮਤੀ, ਮਹੀ, ਨਰਮਦਾ, ਤਾਪੀ, ਇੱਦਾਂ ਰਿਵਰ ਦੀ ਜਾ ਰਹੀ ਹੈ। ਠੀਕ ਹੈ, ਚਲੋ। ਆਰਟੀਕਲ 312 ਆਫ ਇੰਡੀਅਨ ਕੌਂਸਟੀਟਿਊਸ਼ਨ ਇਜ਼ ਰਿਲੇਟਡ ਟੂ ਵਿਚ ਆਫ ਦ ਫੋਲੋਇੰਗ। ਆਰਟੀਕਲ 312 ਕਿਸ ਦੇ ਨਾਲ ਰਿਲੇਟਡ ਹੈਗਾ ਰਾਜੇ, ਇਹ ਪੁੱਛ ਰਿਹਾ ਹੈਗਾ। ਬੇਸਿਕਲੀ ਈਜ਼ੀ ਕੁਐਸਚਨ ਹੈ, ਆਲ ਇੰਡੀਆ ਸਰਵਿਸਿਜ਼। ਠੀਕ ਹੈ, ਬਹੁਤ ਈਜ਼ੀ ਕੁਐਸਚਨ ਹੈਗਾ ਕਿ ਆਲ ਇੰਡੀਆ ਸਰਵਿਸਿਜ਼ ਕਿਹੜੇ ਹੁੰਦੇ ਨੇ, ਜਿਵੇਂ ਆਪਣਾ IAS ਹੋ ਗਿਆ, IPS ਹੋ ਗਿਆ, ਠੀਕ ਹੈ, ਇੰਡੀਅਨ ਫੋਰੈਸਟ ਸਰਵਿਸ ਹੋ ਗਿਆ। ਤਾਂ ਇਹ ਜਿਹੜੇ ਸਰਵਿਸਿਜ਼ ਨੇ ਰਾਜੇ ਆਪਣੇ ਇੱਕ ਆਲ ਇੰਡੀਆ ਸਰਵਿਸਿਜ਼ ਨਹੀਂ ਹੈ। ਠੀਕ ਹੈ, ਅਤੇ ਆਰਟੀਕਲ 312 ਵਿੱਚ ਇਹਦੇ ਬਾਰੇ ਲਿਖਿਆ ਗਿਆ, ਕੀ ਲਿਖਿਆ ਗਿਆ ਬੱਚੇ, ਕਿ ਰਾਜ ਸਭਾ ਰੈਜ਼ੋਲੂਸ਼ਨ ਪਾਸ ਕਰਦੀ ਹੈ ਜਦੋਂ ਵੀ ਕੋਈ ਨਵੀਂ ਆਲ ਇੰਡੀਆ ਸਰਵਿਸ ਕੀ ਬਣਾਉਣੀ ਹੈਗੀ ਆਪਾਂ ਨੇ। ਠੀਕ ਹੈ, ਤਾਂ ਰਾਜ ਸਭਾ 2/3 ਮੈਜੋਰਿਟੀ ਦੇ ਨਾਲ ਕੋਈ ਵੀ ਰੈਜ਼ੋਲੂਸ਼ਨ ਪਾਸ ਕਰਦੀ ਹੈ। ਠੀਕ ਹੈ, ਆਰਟੀਕਲ 312 ਦੇ ਅੰਡਰ। ਇੰਪੋਰਟੈਂਟ ਕੁਐਸਚਨ ਹੈ। ਵਾਟ ਇਜ਼ ਦ ਮਿਨੀਮਮ ਏਜ ਟੂ ਬਿਕਮ ਅ ਪ੍ਰੈਜ਼ੀਡੈਂਟ ਆਫ ਇੰਡੀਆ। ਭਾਰਤ ਦਾ ਰਾਸ਼ਟਰਪਤੀ ਬਣਨ ਲਈ ਰਾਜੇ ਜਿਹੜੀ ਏਜ ਦੀ ਕੁਆਲੀਫਿਕੇਸ਼ਨ ਐਲੀਜੀਬਿਲਿਟੀ ਹੈ ਉਹ ਕਿੰਨੀ ਹੈਗੀ ਹੈ। ਠੀਕ ਹੈ, ਇਹ ਵੀ ਅਗੇਨ ਈਜ਼ੀ ਕੁਐਸਚਨ ਹੈ। 35 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਅਗਰ ਤੁਸੀਂ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਖੜਾ ਹੋਣਾ ਹੈਗਾ। ਠੀਕ ਹੈ, ਇੰਪੋਰਟੈਂਟ ਹੈ ਬੱਚੇ। ਅਤੇ ਹੋਰ ਕਿਹੜੇ ਜਿਹੜੇ ਫੰਕਸ਼ਨੈਰੀਜ਼ ਨੇ, ਆਫਿਸਿਸ ਨੇ ਜਿਨ੍ਹਾਂ ਵਿੱਚ 35 ਸਾਲ ਦੀ ਉਮਰ ਚਾਹੀਦੀ ਹੈ। ਇੱਕ ਤਾਂ ਦੇਖੋ ਪ੍ਰੈਜ਼ੀਡੈਂਟ ਦੀ ਹੋ ਗਈ, ਠੀਕ ਹੈ, ਇੱਕ ਆਪਣਾ ਵਾਈਸ ਪ੍ਰੈਜ਼ੀਡੈਂਟ ਦੀ ਵੀ 35 ਸਾਲ ਦੀ ਚਾਹੀਦੀ ਹੈ, ਔਰ ਇੱਕ ਗਵਰਨਰ ਦੀ ਵੀ। ਤਾਂ ਤੁਸੀਂ ਨੋਟ ਕਰ ਸਕਦੇ ਹੋ, ਆਹ ਤਿੰਨਾਂ ਜਿਹੜੇ ਆਫਿਸਿਸ ਨੇ ਇਹਨਾਂ ਵਾਸਤੇ ਜਿਹੜੀ ਏਜ ਚਾਹੀਦੀ ਹੈ ਉਹ 35 ਸਾਲ ਦੀ ਹੀ ਚਾਹੀਦੀ ਹੈ। ਜੇ ਆਪਾਂ ਗੱਲ ਕਰੀਏ 30 ਸਾਲ ਦੀ, ਤਾਂ ਰਾਜ ਸਭਾ ਦੇ ਮੈਂਬਰਸ ਨੂੰ 30 ਸਾਲ ਦੀ ਉਮਰ ਚਾਹੀਦੀ ਹੈ ਵੀ ਅਗਰ ਕਿਸੇ ਨੇ ਰਾਜ ਸਭਾ ਦਾ ਮੈਂਬਰ ਬਣਨਾ ਤਾਂ ਉਹ 30 ਸਾਲ ਦਾ ਐਟਲੀਸਟ ਹੋਣਾ ਚਾਹੀਦਾ ਹੈ। ਜੇ 25 ਸਾਲ ਦੀ ਆਪਾਂ ਗੱਲ ਕਰੀਏ, 25 ਸਾਲ ਦਾ ਰਾਜੇ ਜਿਹੜੀ ਲੋਕ ਸਭਾ ਦੇ ਵਿੱਚ ਜੇ ਕਿਸੇ ਨੇ ਮੈਂਬਰ ਬਣਨਾ ਹੈ, ਮਤਲਬ ਲੋਕ ਸਭਾ ਦੇ ਚੁਣਾਵ ਲੜਦੇ ਨੇ, ਤਾਂ ਐਟਲੀਸਟ 25 ਸਾਲ ਦਾ ਬੰਦਾ ਹੋਣਾ ਚਾਹੀਦਾ। ਠੀਕ ਹੈ, 18 ਸਾਲ ਦੀ ਆਪਾਂ ਓਬਵੀਅਸਲੀ ਆਪਾਂ ਨੂੰ ਪਤਾ ਰਾਜੇ ਆਪਣਾ ਯੂਨੀਵਰਸਲ ਐਡਲਟ ਫਰੈਂਚਾਈਜ਼ੀ ਜਿਹੜੀ ਹੈਗੀ ਹੈ। ਠੀਕ ਹੈ, ਵੀ 18 ਸਾਲ ਤੋਂ ਵੱਧ ਵਾਲੇ ਬੰਦੇ ਜਿਹੜੇ ਕੀ ਹੈ ਵੋਟ ਕਰ ਸਕਦੇ ਨੇ। ਠੀਕ ਹੈ ਜੀ, ਠੀਕ, ਚਲੋ। ਹੂ ਅਮੰਗ ਦ ਫੋਲੋਇੰਗ ਕੈਨ ਪਾਰਟੀਸਿਪੇਟ ਇਨ ਪ੍ਰੋਸੀਡਿੰਗਸ ਆਫ ਲੋਕ ਸਭਾ ਬਟ ਕੈਨ ਨਾਟ ਵੋਟ। ਲੋਕ ਸਭਾ ਦੇ ਵਿੱਚ ਦੇਖੋ ਇੱਕ ਤਾਂ ਲੋਕ ਸਭਾ ਦੇ ਮੈਂਬਰਸ ਨੇਗੇ, ਠੀਕ ਹੈ, MPs ਬੈਠੇ ਨੇ। ਹੁਣ ਲੋਕ ਸਭਾ ਦੇ ਮੈਂਬਰਸ ਤੋਂ ਇਲਾਵਾ ਵੀ ਹੋਰ ਵੀ ਕਈ ਬੰਦੇ ਕੀ ਜਿਹੜੇ ਇਸ ਹਾਊਸ ਦੇ ਵਿੱਚ ਬੈਠ ਸਕਦੇ ਨੇ, ਉਹ ਕੌਣ ਨੇਗੇ, ਇਹ ਪੁੱਛ ਰਿਹਾ ਬੇਸਿਕਲੀ। ਠੀਕ ਹੈ, ਮਤਲਬ ਬੈਠ ਸਕਦਾ ਹੈ, ਗੱਲ ਕਰ ਸਕਦਾ ਹੈ, ਸਪੀਚ ਦੇ ਸਕਦਾ ਹੈ, ਪਾਰਟੀਸਪੇਟ ਕਰ ਸਕਦਾ ਹੈ, ਬਟ ਓਬਵੀਅਸਲੀ ਵੋਟ ਨਹੀਂ ਕਰ ਸਕਦਾ, ਕਿਉਂਕਿ ਵੋਟ ਤਾਂ ਸਿਰਫ ਔਰ ਸਿਰਫ ਲੋਕ ਸਭਾ ਦਾ ਮੈਂਬਰ ਹੀ ਕਰੂਗਾ। ਸਮਝ ਆਉਂਦਾ ਆਪਾਂ ਨੂੰ ਇਹ ਚੀਜ਼। ਠੀਕ ਹੈ, ਤਾਂ ਪੁੱਛ ਰਿਹਾ ਵੀ ਕਿਹੜਾ ਬੰਦਾ ਇਹੋ ਜਿਹਾ ਜਿਹੜਾ ਹੋਰ ਪਾਰਟੀਸਪੇਟ ਕਰ ਸਕਦਾ। ਠੀਕ ਹੈ, ਤਾਂ ਦੋ ਤਰ੍ਹਾਂ ਦੇ ਬੰਦੇ ਆਪਾਂ ਪੜ੍ਹਦੇ ਹੁੰਦੇ ਹਾਂ ਰਾਜੇ, ਇੱਕ ਤਾਂ ਹੈਗਾ ਅਟਾਰਨੀ ਜਨਰਲ ਔਰ ਇੱਕ ਹੈਗਾ ਮਿਨਿਸਟਰ। ਵੀ ਮੰਨ ਲਓ ਰਾਜ ਸਭਾ ਦਾ ਕੋਈ ਬੰਦਾ ਹੈਗਾ ਅਤੇ ਉਹ ਮਿਨਿਸਟਰ ਵੀ ਹੈਗਾ। ਠੀਕ ਹੈ, ਹੁਣ ਕਿਉਂਕਿ ਆਪਾਂ ਨੂੰ ਪਤਾ ਰਾਜੇ ਮਿਨਿਸਟਰ ਕਿਸੇ ਵੀ ਹਾਊਸ ਦੇ ਵਿੱਚ ਪਾਰਟੀਸਪੇਟ ਕਰ ਸਕਦਾ, ਤਾਂ ਚਾਹੇ ਮਿਨਿਸਟਰ ਰਾਜ ਸਭਾ ਤੋਂ ਆਇਆ ਹੋਇਆ ਹੈਗਾ ਫਿਰ ਵੀ ਲੋਕ ਸਭਾ ਦੇ ਵਿੱਚ ਪਾਰਟੀਸਪੇਟ ਕਰ ਸਕਦਾ, ਬਟ ਅਗੇਨ ਵੋਟਿੰਗ ਨਹੀਂ ਕਰ ਸਕਦਾ। ਠੀਕ ਹੈ, ਤਾਂ ਅਟਾਰਨੀ ਜਨਰਲ ਅਤੇ ਮਿਨਿਸਟਰ ਦੋ ਇਹੋ ਜਿਹੇ ਬੰਦੇ ਨੇ ਜਿਹੜੇ ਕਿ ਕਿਸੇ ਵੀ ਹਾਊਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ ਵਿਦਆਊਟ ਵੋਟ। ਠੀਕ ਹੈ, ਆਰਟੀਕਲ ਕਿਹੜਾ ਅਟਾਰਨੀ ਜਨਰਲ ਦਾ, ਆਰਟੀਕਲ 76। ਐਡਵੋਕੇਟ ਜਨਰਲ ਕਿਹੜੇ ਹੁੰਦਾ ਰਾਜੇ, ਸਟੇਟ ਦੇ ਵਿੱਚ ਹੁੰਦਾ, ਇਹਦਾ ਆਰਟੀਕਲ ਕਿਹੜਾ 165। ਚਲੋ। ਹੂ ਗਿਵਸ ਡਿਸੀਜਨ ਓਵਰ ਡਿਸਪਿਊਟ ਔਨ ਇਲੈਕਸ਼ਨ ਆਫ ਅ ਪ੍ਰੈਜ਼ੀਡੈਂਟ। ਰਾਜੇ ਆਪਾਂ ਨੂੰ ਪਤਾ ਇਲੈਕਸ਼ਨ ਦਾ, ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਿਵੇਂ ਹੁੰਦਾ ਹੈਗਾ। ਠੀਕ ਹੈ, ਆਰਟੀਕਲ 54 ਦੇ ਵਿੱਚ ਇਲੈਕਟੋਰਲ ਕਾਲਜ ਬਾਰੇ ਦੱਸਿਆ ਗਿਆ ਹੈਗਾ। ਠੀਕ ਹੈ, 54 ਦੇ ਵਿੱਚ ਇਲੈਕਟੋਰਲ ਕਾਲਜ ਹੈਗਾ ਕਿ ਕੌਣ ਇਹਦਾ ਪਾਰਟ ਹੁੰਦਾ ਹੈਗਾ, ਕਿ ਲੋਕ ਸਭਾ, ਰਾਜ ਸਭਾ ਦੇ ਇਲੈਕਟਡ ਮੈਂਬਰਸ। ਠੀਕ ਹੈ, ਸਿਰਫ ਔਰ ਸਿਰਫ ਇਲੈਕਟਡ ਮੈਂਬਰਸ, ਆਪਣੇ ਸਟੇਟ ਅਸੈਂਬਲੀਜ਼ ਦੇ ਇਲੈਕਟਡ ਮੈਂਬਰਸ, MLAs ਆਪਣੇ। ਠੀਕ ਹੈ, MLAs ਆਫ ਸਟੇਟ ਅਤੇ MLAs ਆਫ 2 UTs। ਠੀਕ ਹੈ, ਕਿਹੜੀਆਂ, ਦਿੱਲੀ ਅਤੇ ਪੁਡੂਚੇਰੀ। ਜੰਮੂ ਕਸ਼ਮੀਰ ਵਾਲੇ ਹਰੇ ਕੋਈ ਕਲੈਰਿਟੀ ਨਹੀਂ ਹੈਗੀ, ਜਦੋਂ ਆਊਗਾ ਉਹ ਦੇਖਾਂਗੇ ਉਦੋਂ। ਠੀਕ ਹੈ, ਫਿਲਹਾਲ ਲਈ ਦਿੱਲੀ ਅਤੇ ਪੁਡੂਚੇਰੀ। ਤਾਂ ਇਹ ਇਲੈਕਟੋਰਲ ਕਾਲਜ ਹੁੰਦਾ ਹੈਗਾ। ਹੁਣ ਇਸ ਸਾਰੇ ਪ੍ਰੋਸੀਜਰ ਰਾਜ ਕਿਵੇਂ ਹੁੰਦਾ, ਇਹ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਆਫ ਸਿੰਗਲ ਟਰਾਂਸਫਰੇਬਲ ਵੋਟ। ਠੀਕ ਹੈ, ਸੀਕ੍ਰੇਟ ਬੈਲਟ ਦੇ ਨਾਲ ਕੀ ਹੁੰਦੀ ਹੈ, ਵੋਟਿੰਗ ਹੁੰਦੀ ਹੈ। ਹੁਣ ਇਹ ਸਾਰਾ ਕੰਪਲੈਕਸ ਮੈਥਡ ਹੈਗਾ ਜਿਹੜਾ, ਇਸ ਮੈਥਡ ਦੇ ਵਿੱਚ ਕੋਈ ਵੀ ਦੇਖੋ ਡਿਸਪਿਊਟ ਪੈਦਾ ਹੋ ਸਕਦਾ ਹੈ। ਠੀਕ ਹੈ, ਕੋਈ ਵੀ ਜਿਹੜਾ MLA MP ਹੈਗਾ, ਜਿਹੜਾ ਕਿ ਇਲੈਕਟਰ ਹੈਗਾ, ਉਹ ਡਿਸਪਿਊਟ ਪੈਦਾ ਕਰ ਸਕਦਾ ਵੀ ਹਾਂ ਇਹ ਚੀਜ਼ ਗਲਤ ਹੋਈ ਹੈ ਜੀ, ਇਹ ਚੀਜ਼ ਸਹੀ ਹੋਈ ਹੈਗੀ। ਠੀਕ ਹੈ, ਤਾਂ ਹੁਣ ਇਸ ਡਿਸਪਿਊਟ ਦਾ ਅਗਰ ਸੋਲੂਸ਼ਨ ਕਰਨਾ ਰਾਜੇ ਤਾਂ ਕੌਣ ਕਰੇਗਾ, ਇਹ ਪੁੱਛ ਰਿਹਾ। ਠੀਕ ਹੈ, ਸਮਝ ਆਉਂਦਾ ਬੱਚੇ ਆਪਾਂ ਨੂੰ। ਦੇਖੋ ਪਹਿਲਾਂ ਤਾਂ ਗੱਲ ਇਲੈਕਸ਼ਨ ਕਰਵਾਉਂਦਾ ਕੌਣ ਹੈ, ਇਲੈਕਸ਼ਨ ਕਮਿਸ਼ਨ ਕਰਵਾਉਂਦੀ ਹੈ। ਠੀਕ ਹੈ, ਇਹ ਵੀ ਧਿਆਨ ਰੱਖਣਾ, ਇਹ ਵੀ ਕੁਐਸਚਨ ਬਣ ਸਕਦਾ ਹੈਗਾ ਕਿ ਰਾਸ਼ਟਰਪਤੀ ਦਾ ਇਲੈਕਸ਼ਨ ਕਿਹੜੀ ਬੋਡੀ ਕਰਵਾਉਂਦੀ ਹੈ, ਤਾਂ ਇਲੈਕਸ਼ਨ ਕਮਿਸ਼ਨ ਹੀ ਕਰਵਾਉਂਦੀ ਹੈ। ਠੀਕ ਹੈ, ਜਿਹੜੀ ਬੋਡੀ ਸਾਡੇ ਹੋਰ ਲੋਕ ਸਭਾ ਅਤੇ ਵਿਧਾਨ ਸਭਾ ਦੇ ਚੁਣਾਵ ਕਰਵਾਉਂਦੀ ਹੈ, ਸੇਮ ਬੋਡੀ ਆਪਣਾ ਰਾਸ਼ਟਰਪਤੀ ਦਾ ਇਲੈਕਸ਼ਨ ਵੀ ਕਰਵਾਉਂਦੀ ਹੈ, ਔਰ ਇਹੀ ਬੋਡੀ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਵੀ ਕਰਵਾਉਂਦੀ ਹੈ। ਠੀਕ ਹੈ, ਇਹਦਾ ਆਰਟੀਕਲ ਕਿਹੜਾ, ਆਰਟੀਕਲ 324। ਠੀਕ ਹੈ ਜੀ,
ਤੇ ਹੁਣ ਬਟ ਇਲੈਕਸ਼ਨ ਦਾ ਚਲੋ ਇਲੈਕਸ਼ਨ ਕਮਿਸ਼ਨ ਕਰਵਾਉਂਦੀ ਹੈ, ਬਟ ਅਗਰ ਇਸ ਇਲੈਕਸ਼ਨ ਦੇ ਵਿੱਚ ਕੋਈ ਡਿਸਪਿਊਟ ਪੈਦਾ ਹੁੰਦਾ ਤਾਂ ਉਹਦਾ ਨਿਜਾਤ ਕੌਣ ਕਰੂਗਾ, ਉਹਦਾ ਸੋਲੂਸ਼ਨ ਕਰੂਗਾ ਰਾਜੇ ਉਹਦਾ ਸੁਪਰੀਮ ਕੋਰਟ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਸੁਪਰੀਮ ਕੋਰਟ ਹੀ ਜਿਹੜਾ ਸੋਲੂਸ਼ਨ ਕਰੂਗਾ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ। ਠੀਕ ਹੈ, ਸੇਮ ਗੋਜ਼ ਵਿਦ ਵਾਈਸ ਪ੍ਰੈਜ਼ੀਡੈਂਟ, ਕਿ ਅਗਰ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਫਿਰ ਕੋਈ ਉਹਦਾ ਫਾਈਨਲ ਡਿਸੀਜਨ ਹੋਊਗਾ, ਫਿਰ ਵੀ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਉਹ ਫਾਈਨਲ ਹੋਊਗਾ। ਠੀਕ ਹੈ, ਬਾਕੀ ਜਿਹੜੇ ਹੋਰ ਨੇ ਰਾਜੇ ਆਪਣਾ ਐਮਪੀਸ ਵਗੈਰਾ ਨੇ ਤਾਂ ਉਹਦੇ ਵਿੱਚ ਹਾਈ ਕੋਰਟ ਦੀ ਆਪਾਂ ਗੱਲ ਸੁਣਦੇ ਹੁੰਦੇ ਹਾਂ। ਠੀਕ ਹੈ, ਚਲੋ ਰਾਜ ਸਭਾ ਇਜ਼ ਕਾਲਡ ਅ ਪਰਮਾਨੈਂਟ ਹਾਊਸ। ਠੀਕ ਹੈ, ਰਾਜ ਸਭਾ ਨੂੰ ਆਪਾਂ ਇੱਕ ਪਰਮਾਨੈਂਟ ਹਾਊਸ ਕਹਿੰਦੇ ਹਾਂ। ਠੀਕ ਹੈ, ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ ਕਿ ਲੋਕ ਸਭਾ ਦੀ ਜਿਹੜੀ ਟਰਮ ਹੁੰਦੀ ਹੈ 5 ਸਾਲ ਦੀ ਹੁੰਦੀ ਹੈ, ਬਟ ਰਾਜ ਸਭਾ ਦੀ ਕੋਈ ਟਰਮ ਨਹੀਂ ਹੁੰਦੀ ਹੈਗੀ। ਠੀਕ ਹੈ, ਕਿਉਂਕਿ ਟਰਮ ਉਸੇ ਦੀ ਹੁੰਦੀ ਹੈ ਜਿਹਦੇ ਕੋਈ ਲਿਮਿਟਡ ਪੀਰੀਅਡ ਹੋਵੇ, ਬਟ ਰਾਜ ਸਭਾ ਆਪਾਂ ਨੂੰ ਪਤਾ ਰਾਜ ਸਭਾ ਤਾਂ ਇੱਕ ਪਰਮਾਨੈਂਟ ਹਾਊਸ ਹੈ, ਇਹਦਾ ਦੁਕਾਨ ਦਾ ਸ਼ਟਰ ਕਦੇ ਵੀ ਡਾਊਨ ਨਹੀਂ ਹੁੰਦਾ ਹੈਗਾ। ਠੀਕ ਹੈ, ਲੋਕ ਸਭਾ ਦਾ ਸ਼ਟਰ ਕਦੇ ਕਦੇ ਡਾਊਨ ਹੋ ਸਕਦਾ ਹੈ, ਮੇਬੀ 5 ਸਾਲ ਤੋਂ ਬਾਅਦ ਹੋਊਗਾ ਹੀ ਹੋਊਗਾ ਡੈਫੀਨੇਟਲੀ ਇੱਕ ਵਾਰੀ। ਠੀਕ ਹੈ, ਵਿੱਚ ਵਿਚਾਲੇ ਵੀ ਹੋ ਸਕਦਾ ਹੈ, ਬਟ ਰਾਜ ਸਭਾ ਦੀ ਦੁਕਾਨ ਦਾ ਸ਼ਟਰ ਕਦੇ ਵੀ ਡਾਊਨ ਨਹੀਂ ਹੁੰਦਾ ਬਿਕਾਜ਼ ਇਟ ਇਜ਼ ਅ ਪਰਮਾਨੈਂਟ ਚੈਂਬਰ। ਠੀਕ ਹੈ, 24/7 ਇਹਦੀ ਦੁਕਾਨ ਖੁੱਲ੍ਹੀ ਹੁੰਦੀ ਹੈਗੀ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਤਾਂ ਇਹ ਚੀਜ਼ ਕਿਉਂ ਹੁੰਦੀ ਹੈ ਰਾਜੇ ਕਿ ਇਹਦੇ ਮੈਂਬਰਸ ਦੀ ਲਾਈਫ ਟਰਮ ਹੁੰਦੀ ਹੈ। ਠੀਕ ਹੈ, ਕਿਉਂਕਿ ਪਰਮਾਨੈਂਟ ਤਾਂ ਹੀ ਹੋਊਗਾ ਨਾ ਜੇ ਕੋਈ ਮੈਂਬਰ ਉੱਥੇ ਬੈਠਾ ਰਹੂਗਾ ਹਮੇਸ਼ਾ। ਦੇਖੋ ਰਾਜ ਸਭਾ ਇਹ ਲੋਕ ਸਭਾ। ਠੀਕ ਹੈ, ਲੋਕ ਸਭਾ ਦੇ ਵਿੱਚ ਸਾਨੂੰ ਪਤਾ ਹੈ ਰਾਜੇ 5 ਸਾਲ ਤੋਂ ਬਾਅਦ ਇਲੈਕਸ਼ਨ ਹੋਣੇ ਨੇਗੇ, ਅਤੇ ਇੱਕ ਵਾਰੀ ਜਦੋਂ 5 ਸਾਲ ਦੀ ਟਰਮ ਪੂਰੀ ਹੋ ਗਈ, ਮੰਨ ਲਓ 2014 ਦੇ ਵਿੱਚ 2019 ਦੇ ਵਿੱਚ 19 ਤੱਕ। ਠੀਕ ਹੈ, ਤਾਂ 2019 ਜਦੋਂ ਆ ਗਈ ਇੱਕ ਵਾਰੀ ਇਹ ਅਸੈਂਬਲੀ ਭੰਗ ਹੋਊਗੀ, ਇੱਕ ਵਾਰੀ ਅਸੈਂਬਲੀ ਦੇ ਸਾਰੇ ਮੈਂਬਰ ਖਤਮ ਹੋਣਗੇ। ਠੀਕ ਹੈ, ਹੁਣ 2019 ਦੇ ਵਿੱਚ ਨਵੇਂ ਚੁਣਾਵ ਹੋਏ, ਫਿਰ ਕਿਤੇ ਨਵਾਂ ਹਾਊਸ ਬਣਿਆ। ਠੀਕ ਹੈ, ਬਟ ਇੱਕ ਵਾਰੀ ਤਾਂ ਇਹ ਡਿਜ਼ੋਲਵ ਹੋਣੀ ਹੋਈ। ਠੀਕ ਹੈ, ਤਾਂ ਬਟ ਆਪਾਂ ਨੂੰ ਪਤਾ ਜਿਹੜੀ ਰਾਜ ਸਭਾ ਇਹ ਕਦੇ ਵੀ ਡਿਜ਼ੋਲਵ ਨਹੀਂ ਹੁੰਦੀ ਹੈਗੀ। ਹੁਣ ਕਿਵੇਂ ਪੋਸੀਬਲ ਹੈਗੀ ਇਹ ਚੀਜ਼, ਬਿਕਾਜ਼ ਜਿਹੜੇ ਇਹਦੇ 1/3 ਮੈਂਬਰ ਨੇ ਰਾਜੇ। ਠੀਕ ਹੈ, ਇਟ ਕੈਨ ਨਾਟ ਬੀ ਡਿਜ਼ੋਲਵਡ। ਇਹ ਤਾਂ ਆਪਾਂ ਨੂੰ ਦੇਖ ਲਿਆ ਤਾਂ ਆਨਸਰ ਦਾ ਰਾਜੇ ਆਊਗਾ ਇਟ ਕੈਨ ਨਾਟ ਬੀ ਡਿਜ਼ੋਲਵਡ। ਬਿਲਕੁਲ ਠੀਕ ਹੈਗਾ। ਠੀਕ ਹੈ, ਕਿ ਰਾਜ ਸਭਾ ਨੂੰ ਡਿਜ਼ੋਲਵ ਨਹੀਂ ਕਰ ਸਕਦੇ। ਇਹ ਚੀਜ਼ ਪੋਸੀਬਲ ਕਿਵੇਂ ਹੈ, ਕਿਉਂਕਿ ਇਹਦੇ 1/3 ਮੈਂਬਰ ਜਿਹੜੇ ਹਰ 2 ਸਾਲ ਰਿਟਾਇਰ ਹੁੰਦੇ ਰਹਿੰਦੇ ਨੇਗੇ। ਠੀਕ ਹੈ, ਮੰਨ ਲਓ ਜੇ ਹੁਣ 250 ਮੈਂਬਰ ਹੈਗਾ ਜਾਂ 240 ਮੈਂਬਰ ਮੰਨ ਕੇ ਚੱਲਦੇ ਆਪਾਂ। ਠੀਕ ਹੈ, ਤਾਂ 80 ਮੈਂਬਰ ਹਰ ਦੂਜੇ ਸਾਲ ਇਹਦਾ ਕੀ ਹੈ ਰਿਟਾਇਰ ਹੁੰਦੇ ਰਹਿਣਗੇ। 80 ਮੈਂਬਰ ਹਰ ਦੂਜੇ ਸਾਲ ਰਿਟਾਇਰ ਹੁੰਦੇ ਰਹਿਣਗੇ। ਇਸੇ ਕਰਕੇ ਕੀ ਹੈ ਰਾਜੇ ਮਤਲਬ ਸਾਰੇ ਦੇ ਸਾਰੇ ਹੁਣ ਇਹਦੇ ਵਿੱਚ ਤਾਂ ਕੀ ਸੀ, ਜੇ 550 ਮੈਂਬਰ ਸੀਗਾ 550 ਇੱਕੋ ਵਾਰ 'ਚ ਡਿਜ਼ੋਲਵ ਹੋ ਗਿਆ। ਠੀਕ ਹੈ, ਤਾਂ ਇੱਕ ਵਾਰ ਤਾਂ ਸ਼ਟਰ ਬੰਦ ਕਰਨਾ ਹੀ ਪਊਗਾ, ਦੁਕਾਨ ਖਾਲੀ ਛੱਡ ਕੇ ਆਪਾਂ ਨਹੀਂ ਜਾ ਸਕਦੇ। ਠੀਕ ਹੈ, ਹੁਣ ਰਾਜ ਸਭਾ ਦੇ ਕੇਸ ਦੇ ਵਿੱਚ ਕੀ ਹੈ, ਸਾਰੇ 240 ਬੰਦੇ ਇੱਕੋ ਵਾਰ 'ਚ ਨਹੀਂ ਡਿਜ਼ੋਲਵ ਹੁੰਦੇ, ਵਾਰੀ ਨਾਲ ਵੀ ਪਹਿਲਾਂ 80 ਬੰਦੇ ਹੋ ਗਏ। ਠੀਕ ਹੈ, ਫਿਰ ਨਵੇਂ 80 ਬੰਦੇ ਇੱਥੇ ਆ ਗਏ। ਹੁਣ ਅਗਲੇ 2 ਸਾਲਾਂ ਬਾਅਦ ਇਹ 80 ਬੰਦੇ ਖਤਮ ਹੋ ਜਾਣਗੇ, ਇੱਥੇ ਨਵੇਂ ਬੰਦੇ ਚੁਣ ਲਾਂਗੇ ਆਪਾਂ। ਫਿਰ ਉਦੋਂ 2 ਸਾਲਾਂ ਬਾਅਦ ਇਹ 80 ਬੰਦੇ ਖਤਮ ਹੋ ਗਏ ਅਤੇ ਇੱਥੇ ਨਵੇਂ ਚੁਣ ਲਏ। ਤਾਂ ਮਤਲਬ ਵਾਰੀ ਨਾਲ ਬੰਦੇ ਜਿਹੜੇ ਨਵੇਂ ਆਪਾਂ ਰੀਨਿਊ ਕਰਦੇ ਹਾਂ, ਤਾਂ ਆਪਾਂ ਨੂੰ ਸ਼ਟਰ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਇਸੇ ਕਰਕੇ ਆਪਾਂ ਇਹਨੂੰ ਕਹਿੰਦੇ ਹਾਂ ਕਿ ਪਰਮਾਨੈਂਟ ਹਾਊਸ ਹੈ ਇਹ, ਇਟ ਕੈਨ ਨਾਟ ਬੀ ਡਿਜ਼ੋਲਵਡ। ਠੀਕ ਹੈ ਜੀ, ਚਲੋ ਵਿਚ ਦ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ। ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੈਗੀ ਹੈ। ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਹੋਲਡਸ ਹਿਸ ਆਫਿਸ ਡਿਊਰਿੰਗ ਪਲੇਜ਼ਰ ਆਫ ਪ੍ਰੈਜ਼ੀਡੈਂਟ। ਬਿਲਕੁਲ ਗਲਤ ਹੈਗਾ। ਠੀਕ ਹੈ, ਚੀਫ ਇਲੈਕਸ਼ਨ ਕਮਿਸ਼ਨਰ ਨੂੰ ਰਿਮੂਵ ਕਰਨ ਵਾਸਤੇ ਕਾਫੀ ਔਖਾ ਪ੍ਰੋਸੀਜਰ ਹੈਗਾ। ਠੀਕ ਹੈ, ਤਾਂ ਉਹ ਫੋਲੋ ਕਰਨਾ ਪੈਂਦਾ, ਫਿਰ ਹੀ ਰਿਮੂਵ ਕਰ ਸਕਦੇ ਆਪਾਂ। ਸਿੰਪਲ ਪਲੇਜ਼ਰ ਆਫ ਪ੍ਰੈਜ਼ੀਡੈਂਟ ਦੇ ਨਾਲ ਰਿਮੂਵ ਨਹੀਂ ਕਰ ਸਕਦੇ। ਗਵਰਨਰ ਆਫ ਅ ਸਟੇਟ ਹੋਲਡਸ ਆਫਿਸ ਡਿਊਰਿੰਗ ਪਲੇਜ਼ਰ ਆਫ ਪ੍ਰੈਜ਼ੀਡੈਂਟ। ਬਿਲਕੁਲ ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਣੇ ਸਟੇਟਸ ਦੇ ਗਵਰਨਰ ਨੇ ਇਹਨਾਂ ਨੂੰ ਕੌਣ ਅਪਾਇੰਟ ਕਰਦਾ, ਸੈਂਟਰ ਅਪਾਇੰਟ ਕਰਦਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰੈਜ਼ੀਡੈਂਟ ਅਪਾਇੰਟ ਕਰਦਾ। ਠੀਕ ਹੈ, ਹੁਣ ਜੇ ਅਪਾਇੰਟ ਪ੍ਰੈਜ਼ੀਡੈਂਟ ਕਰਦਾ ਹੈ ਤਾਂ ਰਿਮੂਵ ਵੀ ਪ੍ਰੈਜ਼ੀਡੈਂਟ ਹੀ ਕਰ ਸਕਦਾ ਔਰ ਕਿਸੇ ਟਾਈਮ ਵੀ ਕਰ ਸਕਦਾ। ਠੀਕ ਹੈ, ਕੋਈ ਗਵਰਨਰ ਨੂੰ ਆਪਣੇ ਰੀਜ਼ਨ ਨਹੀਂ ਦੇਣਾ, ਕੁਝ ਨਹੀਂ ਦੇਣਾ, ਸਿੰਪਲ ਪ੍ਰੈਜ਼ੀਡੈਂਟ ਸਾਹਿਬ ਕਹਿ ਸਕਦੇ ਨੇ ਕਿ ਚਲੋ ਗਵਰਨਰ ਸਾਹਿਬ ਆਪਣਾ ਬਸਤਾ ਪੈਕ ਕਰੋ ਅਤੇ ਚਲੋ ਇੱਥੋਂ। ਠੀਕ ਹੈ, ਪਹੁੰਚੋ ਘਰੇ ਪਹੁੰਚੋ ਆਪਣੇ, ਤਾਂ ਕਦੋਂ ਵੀ ਰਿਮੂਵ ਕਰ ਸਕਦੇ ਹਾਂ। ਡੈਫੀਨੇਟਲੀ ਜਿਹੜੇ ਗਵਰਨਰ ਹੈ ਉਹ ਹੀ ਹੋਲਡਸ ਆਫਿਸ ਡਿਊਰਿੰਗ ਪਲੇਜ਼ਰ ਆਫ ਪ੍ਰੈਜ਼ੀਡੈਂਟ। ਬਿਲਕੁਲ ਠੀਕ ਹੈ। ਠੀਕ ਹੈ, ਹੋਰ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। PM ਕੈਨ ਓਨਲੀ ਬੀ ਰਿਮੂਵਡ ਬਾਈ ਰੈਜ਼ੋਲੂਸ਼ਨ ਪਾਸਡ ਬਾਈ ਬੋਥ ਹਾਊਸਿਸ। ਬਿਲਕੁਲ ਗਲਤ ਹੈ, ਬੋਥ ਹਾਊਸਿਸ ਨਹੀਂ, ਸਿਰਫ ਔਰ ਸਿਰਫ ਲੋਕ ਸਭਾ ਹੀ ਅਗਰ ਰੈਜ਼ੋਲੂਸ਼ਨ ਪਾਸ ਕਰਦੀ ਹੈ। ਕਿਹੜਾ ਮੋਸ਼ਨ ਪਾਸ ਕਰਦੀ ਹੈ, ਨੋ ਕੌਨਫੀਡੈਂਸ ਮੋਸ਼ਨ। ਠੀਕ ਹੈ, ਅਗਰ ਨੋ ਕੌਨਫੀਡੈਂਸ ਮੋਸ਼ਨ ਪਾਸ ਕਰਦਾ ਲੋਕ ਸਭਾ ਤਾਂ ਸਾਰੀ ਦੀ ਸਾਰੀ ਸਰਕਾਰ ਹੀ ਗਿਰ ਜੂਗੀ, ਇਕੱਲਾ PM ਨਹੀਂ, ਸਰਕਾਰ ਹੀ ਗਿਰ ਜੂਗੀ। ਠੀਕ ਹੈ, ਇਹ ਚੀਜ਼ ਹੁੰਦੀ ਆਪਣੀ। ਠੀਕ ਹੈ, ਬਟ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ PM ਨੂੰ ਅਸੀਂ ਰੈਜ਼ੋਲੂਸ਼ਨ ਪਾਸ ਕਰਕੇ ਰਿਮੂਵ ਕਰਨਾ, ਨਹੀਂ, ਇੱਦਾਂ ਕੁਝ ਨਹੀਂ। ਅਗਰ ਲੋਕ ਸਭਾ ਨੇ ਨੋ ਕੌਨਫੀਡੈਂਸ ਮੋਸ਼ਨ ਪਾਸ ਕਰਤਾ ਤਾਂ ਸਾਰੀ ਕੌਮ ਹੀ ਜਿਹੜੀ ਕੀ ਹੈ, ਸਾਰੀ COM ਹੀ ਹੈ, ਕਾਊਂਸਲ ਆਫ ਮਿਨਿਸਟਰ, ਉਹ ਡਿਜ਼ੋਲਵ ਹੋ ਜੂਗੀ ਇੰਕਲੂਡਿੰਗ ਪ੍ਰਾਈਮ ਮਿਨਿਸਟਰ। ਸਪੀਕਰ ਆਫ ਲੋਕ ਸਭਾ ਕੈਨ ਬੀ ਰਿਮੂਵਡ ਐਟ ਅ ਪਲੇਜ਼ਰ ਆਫ ਪ੍ਰੈਜ਼ੀਡੈਂਟ। ਬਿਲਕੁਲ ਗਲਤ ਹੈ, ਇਹਦੇ ਵਿੱਚ ਵੀ ਕੀ ਹੈ, ਪਾਰਲੀਮੈਂਟਰੀ ਰਿਮੂਵਲ ਹੈ। ਪਾਰਲੀਮੈਂਟ ਦੇ ਜਿਹੜਾ ਕਿ ਆਪਣਾ ਦੋਨੇ ਹਾਊਸਿਸ ਨੇ ਉਹ ਰਿਮੂਵ ਕਰਦੇ ਨੇ ਸਪੀਕਰ ਨੂੰ। ਠੀਕ ਹੈ ਜੀ, ਚਲੋ
फर्स्ट स्पीकर ऑफ लोक सभा आफ्टर इंडिपेंडेंस। तो लोक सभा का राजे पहला स्पीकर किहड़ा सीगा आफ्टर इंडिपेंडेंस, ठीक है। आज़ादी तो बाद लोक सभा का पहला स्पीकर कौन सीगा? ईजी क्वेश्चन है। जी.वी. मावलंकर साहब अपने जिहड़े सीगे राजे पहले स्पीकर सीगे आफ्टर इंडिपेंडेंस। ईवन पहला भी सीगे जदों अपनी कॉन्स्टीट्यूएंट असैंबली सीगी, जदों कॉन्स्टीट्यूएंट असैंबली एज एक पार्लीमेंट के तौर पर काम करती सीगी, इंटरिम पार्लीमेंट, तो उदों भी जी.वी. मावलंकर साहब ही ये हैड सीगे, चेयरमैन सीगे या स्पीकर सीगे। तो लोक सभा के जो आफ्टर इंडिपेंडेंस भी इन्होंने कंटिन्यू किया, ठीक है। तो जी.वी. मावलंकर अपना आंसर आएगा। विच द फॉलोइंग क्लाउड्स आर मोर कॉमनली फॉर्मड इन इक्वेटोरियल रेन फॉरेस्ट। इक्वेटोरियल रेन फॉरेस्ट किहड़े हुंदे ने? जिहड़े इक्वेटर के नेड़े होण, जिवें अपना अर्थ हैगी तो इत्थे आ गया अपना इक्वेटर 0 डिग्री, ठीक है। तो इक्वेटर के नेड़े तेड़े जिहड़े रेन फॉरेस्ट नेगे, ठीक है, इक्वेटोरियल रेन फॉरेस्ट विच फॉलोइंग क्लाउड्स, उत्थे राजे क्लाउड्स बनते हैं। आपको पता राजे इक्वेटर के उपर डेली बारिश होंदी हैगी, ठीक है। क्यों बारिश होंदी है? बिकॉज इत्थे हीट होंदी है, क्योंकि सूरज सीधा चढ़ रहा होंदा उपर, सूरज सीधा इत्थे मतलब की है हीट पैदा कर रहेगा। हुण जिन्नी ज़्यादा हीट होगी उन्नी ज़्यादा इवैपोरेशन होगी, उन्ने ज़्यादा बदल पैदा होणगे, ठीक है, उन्ने ज़्यादा बदल होणगे और उन्नी ज़्यादा रेनफॉल होगी। तो यही पूछ रहा है कि इक्वेटर के उपर किहड़े बदल होंदे नेगे? क्यूमुलोनिंबस, स्ट्रैटोनिंबस, क्यूमुलस ते निंबोस्ट्रेटस ते ऑल्टो क्यूमुलस। तो इसका आंसर आएगा जी क्यूमुलोनिंबस, ये आंसर आएगा, क्योंकि क्यूमुलोनिंबस क्लाउड्स ही ऐसे क्लाउड्स ने जिहदे विच कि सब तो ज़्यादा रेनफॉल होंदी हैगी, ठीक है। तो इक्वेटर के उपर डेली रेनफॉल होंदी है, डेली क्लाउड बनते हैं, ठीक है, और डेली हीटिंग होंदी हैगी। तो जिहड़े क्लाउड्स बनते हैं वो बनते हैं क्यूमुलोनिंबस। हुण क्लास जो आप करते हैं बच्चे, क्लास के आप सारे डिटेल के पढ़ते हैं भी किवें किवें ये नाम इन्होंने किवें दिता जाता है, ठीक है। भी जिहड़े सब तो उपर क्लाउड होंदे ने उन्होंने सीरस कहा जाता है, ठीक है। जिहड़े मिडल होंदे ने उन्होंने ऑल्टो कहा जाता है, ठीक है। होर जिहड़े होंदे ने उन्होंने क्यूमुलस कहा जाता है। तो मतलब काफ़ी क्लासीफिकेशनस हैगियां ने। क्यूमुलस का मतलब है कि ये बच्चे, क्यूमुलस का मतलब है भी पानी होना, निंबस का मतलब पानी होना। तो मतलब सारी आप क्लासीफिकेशन करते हैं भी किहड़े वर्ड का की मीनिंग है। और आप देखते हैं जो क्यूमुलोनिंबस क्लाउड्स ने ये सब तो ज़्यादा इंपॉर्टेंट ने अपनी रेनफॉल वास्ते, ठीक है। इन्नी ज़्यादा रेनफॉल वास्ते कोई इंपॉर्टेंट होर नहीं है जिन्हें अपने क्यूमुलोनिंबस क्लाउड्स ने, ठीक है। थोड़ा जिहा आप देख लेने होर ये बारे। तो ये सारे राजे क्लाउड्स की क्लासीफिकेशन हैगी है। जिवें तुहानूं मैं दस्सिया भी सीरस जिहड़े क्लाउड्स ने वो सब तो उपर होंदे ने, ठीक है, ऑलमोस्ट 6000 मीटर की उचाई के उपर। ऑल्टो जिहड़े होंदे ने राजे वो मिडल क्लाउड्स होंदे ने, ठीक है, इन्हां दी दरम्यानी जी हाइट होंदी है, ठीक है। और जिहड़े लो क्लाउड्स होंदे राजे वो ही होंदे ने, ठीक है। हुण जिवें स्ट्रेटस हो गए, स्ट्रेटस होंदे ने लंबे लंबे क्लाउड्स, ठीक है। क्यूमुलस किहड़े होंदे ने? जिवें अपनियां कॉटन दीयां गुद्दां जिहां बणीਆਂ होईयां नेगीਆਂ, ठीक है, इहनूं आपां क्यूमुलस क्लाउड्स कहने आ। ठीक, क्यूमुलोनिंबस क्लाउड्स किहड़े होए? निंबस का मतलब है पानी दे विच पानी होना, काफ़ी पानी होना, ठीक है। तो निंबस जिहड़े क्यूमुलोनिंबस क्लाउड्स ने उन्हां दी एक स्पैसीफिकली यही भी है, एक खासियत यही भी हैगी है कि बिल्कुल लंबे लंबे ने, ठीक है, काफ़ी इन्हां दी एलिवेशन बहुत लंबी होंदी है। और जिहड़े थंडर स्टॉर्म्स वगैरह ने, तुसीं देख रहे हो, देखो कितनी हैवी बारिश हो रही है और बिजली गरज रही है, ठीक है। तो ये जिहड़े थंडर स्टॉर्म्स ने बेसिकली क्यूमुलोनिंबस क्लाउड्स नाल ही ज़्यादा कंसर्नड ने। और अपने अर्थ के उपर जिन्नी भी ज़्यादा बारिश होंदी है वो मोस्टली क्यूमुलोनिंबस क्लाउड्स के नाल ही होंदी हैगी, ठीक है। बिकॉज बाकी के क्लाउड तो इन्ने उपर ने कि अपनी बारिश भी ज़्यादा पार्टिसिपेट नहीं करते, ठीक है जी। हुण देखो ये भी निंबोस्ट्रेटस, ये भी इंपॉर्टेंट क्लाउड्स ने, ठीक है जी। तो अगर क्वेश्चन ये भी आता तुहानूं कि जिहड़ी थंडर स्टॉर्म्स ने किहड़े क्लाउड्स नाल कंसर्न ने, तो वो क्यूमुलोनिंबस नाल ही कंसर्न ने, ठीक है, ये भी ध्यान रखना है। चलो, द ट्रॉपिकल साइक्लोन्स डू नॉट अकर टू क्लोज टू द इक्वेटर। राजे तुहानूं ट्रॉपिकल साइक्लोन्स पता ना की हुंदे ने? देखो पहली गल तो ट्रॉपिक्स पता होना चाहिए है। जे अपनी अर्थ है राजे, अर्थ का इक्वेटर है, ठीक है। तो दो ये ट्रॉपिक्स नेगियां, ट्रॉपिक ऑफ कैंसर तो ट्रॉपिक ऑफ कैप्रीकॉर्न, ठीक है, 23.5 डिग्री ते। तो हुण इन्हां दे विचाले जिहड़ा रीजन है इहनूं आपां ट्रॉपिकल रीजन कह देने बेसिकली, ठीक है। तो इक्वेटर में थोड़ा थोड़ा छड्ड के बेसिकली आप इन्हां सारे रीजन में ट्रॉपिकल रीजन कह दें, ठीक है, क्योंकि ये ट्रॉपिक्स के विच है। हुण राजी आपको पता जिहड़े अपने ट्रॉपिकल साइक्लोन्स ने वो इस रीजन के विच नेगे, ठीक है, इस रीजन के विच ने, इदां फ्लो करते हैं, ठीक है, इदां फ्लो करते हैं, ये अपने ट्रॉपिकल साइक्लोन्स ने। बट ये इक्वेटर तो कुछ जगह छड्ड के होंदे ने, ठीक है, बिल्कुल इक्वेटर के उपर नहीं होंदे, जिवें मैं तुहानूं दिखा रहा भी कुछ जगह छड्ड के होंदे। उहदा रीजन की है राजे? उहदा रीजन है कोरोलिसिस फोर्स, ठीक है। कोरोलिसिस फोर्स की होंदी है भी आप क्लास के पढ़ते होने। बेसिकली यही जी फोर्स है जी कोई सीधी जाती चीज़ नूं टेढ़ा कर दे, ठीक है। उहदा रीजन की है? क्योंकि अपनी अर्थ राजे रिवॉल्व करती हैगी, क्योंकि अपनी अर्थ घूमती हैगी है, इस करके जे आप कोई चीज़ सीधी सिटांगे ओबवियसली सीधी नहीं जाऊगी, वो टेढ़ी होकर जाऊगी, ठीक है। तो इन्हों आप कहने कोरोलिसिस फोर्स। बट इक्वेटर के उपर सानूं ये चीज़ फील नहीं होंदी हैगी, ठीक है, क्योंकि इक्वेटर के उपर आपको कोई फील नहीं हो रहा भी कोई चीज़ घूम रही हैगी है, ठीक है। तो आप की कहने कि इक्वेटर के उपर कोरोलिसिस फोर्स नहीं होंदी हैगी, इस करके। बट आपको पता है कि ट्रॉपिकल साइक्लोन के विच कोरोलिसिस फोर्स मस्ट हैगी है।
ਕਿਉਂਕਿ ਟ੍ਰੋਪੀਕਲ ਸਾਈਕਲੋਨ ਦੇ ਵਿੱਚ ਕੀ ਹੁੰਦਾ ਰਾਜੇ, ਘੁੰਮਣਾ ਹੁੰਦਾ ਹੈਗਾ, ਓਬਵੀਅਸ ਜੀ ਗੱਲ ਹੈ, ਠੀਕ ਹੈ। ਜਿਹੜੇ ਮਤਲਬ ਆਪਣੀ ਹਵਾ ਨੇਗੀਆਂ, ਵਿੰਡਸ ਨੇਗੀਆਂ, ਉਹ ਰਿਵੋਲਵ ਕਰਦੀਆਂ ਨੇ ਇੱਕ ਸੈਂਟਰ ਦੇ ਅਰਾਊਂਡ, ਠੀਕ ਹੈ, ਕਿਉਂਕਿ ਇੱਕ ਟੋਰਨਾਡੋ ਟਾਈਪ ਚੀਜ਼ ਬਣਦੀ ਹੈ। ਟ੍ਰੋਪੀਕਲ ਸਾਈਕਲੋਨ ਹੀ ਕੀ ਹੁੰਦਾ, ਸਾਈਕਲੋਨ ਇਹੀ ਚੀਜ਼ ਹੁੰਦੀ ਹੈ ਨਾ, ਘੁੰਮ ਕੇ ਸਾਈਕਲੋਨ ਇਹੀ ਹੁੰਦਾ। ਤਾਂ ਇਸ ਜਿਹੜਾ ਗੋਲ ਚੱਕਰ ਹੈ, ਇਹਦੀ ਫੋਰਮੇਸ਼ਨ ਵਾਸਤੇ ਕੋਰੀਓਲਿਸਿਸ ਫੋਰਸ ਇੰਪੋਰਟੈਂਟ ਹੈ, ਬਿਕਾਜ਼ ਇਹੀ ਟੇਢਾ ਕਰੂਗੀ ਐਟ ਦ ਐਂਡ, ਠੀਕ ਹੈ। ਜਿਹੜੀ ਹਵਾ ਸਿੱਧੀ ਚੱਲੂਗੀ, ਇਹਨੂੰ ਜਿਹੜਾ ਬੈਂਡ ਹੈ ਇਹ ਕੋਰੀਓਲਿਸਿਸ ਫੋਰਸ ਹੀ ਦੇਊਗੀ, ਬਟ ਇਕੁਏਟਰ ਦੇ ਉੱਪਰ ਆਪਣੇ ਕੋਲ ਕੋਰੀਓਲਿਸਿਸ ਫੋਰਸ ਨਹੀਂ ਹੁੰਦੀ ਹੈਗੀ, ਠੀਕ ਹੈ। ਤਾਂ ਇਹੀ ਰੀਜ਼ਨ ਹੈ ਕਿ ਇਕੁਏਟਰ ਦੇ ਲਵੇ ਤਵੇ ਜਿਹੜਾ ਕੀ ਹੈ ਟ੍ਰੋਪੀਕਲ ਸਾਈਕਲੋਨਸ ਨਹੀਂ ਬਣਦੇ ਹੈਗੇ, ਠੀਕ ਹੈ। ਥੋੜ੍ਹਾ ਜਿਹਾ ਹੋਰ ਆਪਾਂ ਡਿਟੇਲ ਕਰਦੇ ਹਾਂ ਇਹਦੀ। ਹੁਣ ਦੇਖੋ ਜਿਵੇਂ ਇਕੁਏਟਰ ਹੈਗਾ ਇਹ, ਤਾਂ ਇਕੁਏਟਰ ਤੋਂ ਕੁਛ ਜਗ੍ਹਾ ਛੱਡ ਕੇ ਹੁੰਦੇ ਨੇ ਆਪਣੇ ਸਾਈਕਲੋਨਸ, ਕੁਛ ਜਗ੍ਹਾ ਛੱਡ ਕੇ ਹੁੰਦੇ ਨੇ, ਠੀਕ ਹੈ, ਜਸਟ ਥੋੜ੍ਹੀ ਜਗ੍ਹਾ, ਮੇਬੀ 7-8 ਡਿਗਰੀ, ਠੀਕ ਹੈ। ਤਾਂ ਆਪਾਂ ਜੇ ਸਟਾਰਟ ਕਰਦੇ ਹਾਂ ਵੀ ਜੇ ਆਪਾਂ ਇਕੁਏਟਰ ਆਪਣਾ 0 ਡਿਗਰੀ ਦੇ ਉੱਪਰ ਹੈਗਾ ਤਾਂ ਜਿਹੜਾ ਆਪਣਾ ਟ੍ਰੋਪੀਕਲ ਸਾਈਕਲੋਨਸ ਨੇ ਉਹ ਆਲਮੋਸਟ 7 ਤੋਂ 8 ਡਿਗਰੀ ਨਾਰਥ ਔਰ 7 ਤੋਂ 8 ਡਿਗਰੀ ਸਾਊਥ ਤੋਂ ਸਟਾਰਟ ਹੁੰਦੇ ਨੇਗੇ, ਠੀਕ ਹੈ। ਕਿੱਥੇ ਤੱਕ, ਜਿੱਥੋਂ ਤੱਕ ਆਪਣਾ ਟ੍ਰੋਪੀਕਲ ਰੀਜਨ ਰਹਿੰਦਾ ਹੈਗਾ, ਬੇਸਿਕਲੀ 23.5 ਡਿਗਰੀ ਤੱਕ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਤਾਂ ਇਹ ਰੀਜਨ ਆਪਣੇ ਟ੍ਰੋਪੀਕਲ ਸਾਈਕਲੋਨਸ ਦਾ ਰੀਜ਼ਨ ਅਗੇਨ ਉਹੀ ਹੈਗਾ ਕਿਉਂਕਿ ਇਕੁਏਟਰ ਦੇ ਉੱਪਰ ਕੋਰੀਓਲਿਸਿਸ ਫੋਰਸ ਨਹੀਂ ਹੁੰਦੀ। ਹੁਣ ਜੇ ਦੇਖੋ ਇਹ ਬੈਂਡ ਹੋ ਰਹੇ ਨੇਗੇ, ਇਹ ਸਾਈਕਲੋਨਸ ਬੈਂਡ ਹੋ ਰਹੇ ਨੇ, ਇਹ ਬੈਂਡ ਹੋਣ ਤਾਂ ਹੀ ਹੋ ਰਹੇ ਨੇ ਕਿਉਂਕਿ ਇੱਥੇ ਕੋਰੀਓਲਿਸਿਸ ਫੋਰਸ ਹੈਗੀ, ਠੀਕ ਹੈ। ਜੇ ਤਾਂ ਸਿੱਧੇ ਹੀ ਚੱਲਦੇ ਗਏ ਫਿਰ ਤਾਂ ਕੋਈ ਸਾਈਕਲੋਨ ਆਇਆ ਹੀ ਨਹੀਂ, ਫਿਰ ਤਾਂ ਹਵਾ ਤੇ ਗਈ, ਆਈ ਤੇ ਗਈ, ਫਿਰ ਤਾਂ ਹਵਾ ਚੱਲ ਜੂਗੀ ਆਪਣੀ। ਹੁਣ ਇਹ ਸਾਈਕਲੋਨ ਤਾਂ ਹੀ ਆਊਗਾ ਜੇ ਬੈਂਡ ਹੋਊਗਾ, ਬੈਂਡ ਤਾਂ ਹੋਊਗਾ ਜੇ ਕੋਰੀਓਲਿਸਿਸ ਫੋਰਸ ਹੋਊਗੀ, ਠੀਕ ਹੈ। ਇਕੁਏਟਰ ਦੇ ਉੱਪਰ ਕੋਰੀਓਲਿਸਿਸ ਫੋਰਸ ਨਹੀਂ ਹੈਗੀ, ਠੀਕ ਹੈ, ਇਹ ਚੀਜ਼ ਹੈ। ਦ ਕਾਲ ਆਫ ਬੈਕ ਟੂ ਵੇਦਾਸ, ਸਾਡੀ ਮਾਡਰਨ ਹਿਸਟਰੀ ਦੇ ਵਿੱਚ ਇੱਕ ਟਰਮ ਆਉਂਦੀ ਹੈ ਬੈਕ ਟੂ ਵੇਦਾਸ। ਇੱਕ ਇਹ ਜਿਹੇ ਫਿਲੋਸਫਰ ਹੋਏ ਨੇ, ਇੱਕ ਇਹ ਜਿਹੇ ਆਪਣੇ ਸੋਸ਼ਲ ਰਿਫੋਰਮਰ ਹੋਏ ਨੇਗੇ, ਠੀਕ ਹੈ। ਇਹ ਇੱਕ ਐਸੀ ਸੰਸਥਾ ਹੈਗੀ ਜਿਹਨੇ ਬੈਕ ਟੂ ਵੇਦਾਸ ਦਾ ਨਾਮ ਦਿੱਤਾ। ਕੀ ਮਤਲਬ ਹੈ ਇਸ ਫਰੇਜ਼ ਦਾ ਕਿ ਆਪਾਂ ਜਿਹੜੀ ਵੈਦਿਕ ਸੁਸਾਇਟੀ ਸੀ ਆਪਾਂ ਉਹਦੇ ਵੱਲ ਦੁਬਾਰਾ ਚੱਲੀਏ, ਠੀਕ ਹੈ, ਵੀ ਵੈਦਿਕ ਨੌਲੇਜ ਸੀਗੀ ਉਹਨੂੰ ਅਸੀਂ ਦੁਬਾਰਾ ਗ੍ਰਹਿਣ ਕਰੀਏ, ਠੀਕ ਹੈ। ਤਾਂ ਬੈਕ ਟੂ ਵੇਦਾਸ ਜਾਣਾ ਸੀ, ਠੀਕ ਹੈ। ਤਾਂ ਕਿਹਨੇ ਕਿਹਾ ਸੀ ਰਾਜੇ, ਇਹ ਕਿਹਾ ਸੀ ਆਪਣਾ ਸਵਾਮੀ ਦਇਆਨੰਦ ਸਰਸਵਤੀ ਨੇ। ਬੇਸਿਕਲੀ ਆਰਿਆ ਸਮਾਜ ਦੇ ਨਾਲ ਰਿਲੇਟਡ ਹੈਗੀ ਹੈ ਟਰਮ, ਆਰਿਆ ਸਮਾਜ, ਠੀਕ ਹੈ। ਓਬਵੀਅਸਲੀ ਗੱਲ, ਆਰਿਆ ਸਮਾਜ ਕਿਹਨੇ ਫਾਊਂਡ ਕੀਤਾ ਸੀ, ਦਇਆਨੰਦ ਸਰਸਵਤੀ ਨੇ ਹੀ ਫਾਊਂਡ ਕੀਤਾ ਸੀ। ਕਦੋਂ ਕੀਤਾ ਸੀ, 1875 ਦੇ ਵਿੱਚ, 1875 ਦੇ ਵਿੱਚ ਆਰਿਆ ਸਮਾਜ ਦੀ ਫਾਊਂਡੇਸ਼ਨ ਹੋਈ ਸੀ। ਔਰ ਆਰਿਆ ਸਮਾਜ ਦਾ ਹੀ ਇਹ ਮੋਟੋ ਸੀਗਾ ਕਿ ਬੈਕ ਟੂ ਵੇਦਾਸ, ਅਸੀਂ ਵੈਦਿਕ ਨੌਲੇਜ ਦੁਬਾਰਾ ਹੀ ਆਪਾਂ ਨੂੰ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ, ਠੀਕ ਹੈ, ਇਹੀ ਚੀਜ਼ ਸੀਗੀ। ਐਸੀ ਬੱਚੇ ਆਪਣਾ ਦੇਖੋ ਸਾਰੀ ਜੀਕੇ ਦੀ ਪੋਰਸ਼ਨ, ਠੀਕ ਹੈ, ਆਪਾਂ ਨੇ ਆਲਮੋਸਟ ਹਰ ਸਬਜੈਕਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਸੇ ਤਰ੍ਹਾਂ ਜਿਹੜੇ ਨੈਕਸਟ ਵੀਡੀਓਜ਼ ਵੀ ਹੋਣਗੇ ਉਹਦੇ ਵਿੱਚ ਵੀ ਆਪਾਂ ਸਾਰੇ ਸਬਜੈਕਟ ਕਵਰ ਕਰਾਂਗੇ। ਤਾਂ ਪਲੀਜ਼ ਅਗਰ ਤੁਸੀਂ ਦੇਖੋ SI ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਵਾਸਤੇ ਕਾਫੀ ਇੰਪੋਰਟੈਂਟ ਵੀਡੀਓਜ਼ ਨੇਗੀਆਂ, ਔਰ ਕਿਸੇ ਵੀ ਐਗਜ਼ਾਮ ਵਾਸਤੇ ਈਵਨ ਕਿ, ਠੀਕ ਹੈ, ਕੋਈ ਵੀ ਅੱਛੇ ਲੈਵਲ ਦਾ ਐਗਜ਼ਾਮ ਉਹਦੇ ਵਾਸਤੇ ਡੈਫੀਨੇਟਲੀ ਇੰਪੋਰਟੈਂਟ ਹੈਗੀ ਹੈ ਵੀਡੀਓਜ਼। ਤਾਂ ਅਗਰ ਤੁਸੀਂ ਰਾਜੇ ਵੀਡੀਓਜ਼ ਵੀ ਦੇਖ ਰਹੇ ਹੋ ਤਾਂ ਵੀ ਅੱਛੀ ਗੱਲ ਹੈ। ਔਰ ਅਗਰ ਤੁਹਾਨੂੰ ਲੱਗਦਾ ਰਾਜੇ ਤੁਸੀਂ ਕੋਚਿੰਗ ਵੀ ਲੈਣੀ ਹੈ ਜਾਂ ਤੁਸੀਂ ਹੈਲਪ ਲੈਣੀ ਹੈ ਤਾਂ ਤੁਸੀਂ ਵੀ ਰਾਜੇ ਸਾਡੇ ਕਰੀਅਰ ਦੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਠੀਕ ਹੈ। 5 ਜੁਲਾਈ ਤੋਂ ਰਾਜੇ ਬੈਚਿਸ ਨਵੇਂ ਸਟਾਰਟ ਹੋ ਰਹੇ ਨੇ। ਇੱਕ ਆਲ ਪੰਜਾਬ ਬੈਚ ਵੀ ਚੱਲ ਰਿਹਾ ਰਾਜੇ, ਆਲ ਪੰਜਾਬ ਐਗਜ਼ਾਮ ਦਾ, ਜਿਹਦੇ ਵਿੱਚ ਕਿ ਪੰਜਾਬ ਦੇ ਹਰ ਪੇਪਰ ਦੀ ਤਿਆਰੀ ਹੋ ਰਹੀ ਹੈ। ਔਰ ਉਸ ਤੋਂ ਇਲਾਵਾ ਪੰਜਾਬ ਪੁਲਿਸ ਵਾਸਤੇ ਸਪੈਸੀਫਿਕਲੀ ਤਿਆਰੀ ਹੋ ਰਹੀ ਹੈ, ਜਿਹਦੇ ਵਿੱਚ ਕਿ ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਖਾਸ ਕਰਕੇ ਧਿਆਨ ਦਿੱਤਾ ਜਾ ਰਿਹਾ ਹੈਗਾ, ਠੀਕ ਹੈ ਜੀ। ਤਾਂ CTET ਵਗੈਰਾ ਦੇ ਵੀ ਜਿਹੜੇ ਕੀ ਹੈ ਬੈਚਿਸ ਚੱਲ ਰਹੇ ਨੇ। ਜ਼ਿਆਦਾ ਇਨਫੋਰਮੇਸ਼ਨ ਵਾਸਤੇ ਤੁਸੀਂ ਇਸ ਨੰਬਰ 'ਤੇ ਕਾਲ ਹਮੇਸ਼ਾ ਕਰ ਸਕਦੇ ਹੋ, ਠੀਕ ਹੈ। 5 ਜੁਲਾਈ ਤੋਂ ਰਾਜੇ ਬੈਚਿਸ ਨਵੇਂ ਸਟਾਰਟ ਨੇ, ਤਾਂ ਦੇਰ ਨਹੀਂ ਕਰਨੀ। ਅਗਰ ਤੁਹਾਨੂੰ ਹੈਲਪ ਦੀ ਲੋੜ ਲੱਗਦੀ ਹੈ ਤਾਂ ਹੈਲਪ ਲੈ ਲਓ ਪਲੀਜ਼, ਠੀਕ ਹੈ ਬੱਚੇ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਕੱਲ੍ਹ ਨੂੰ ਵੀ ਮਿਲਾਂਗੇ ਇਸੇ ਟਾਈਮ 'ਤੇ, ਠੀਕ ਹੈ, ਨਵੇਂ ਕੁਛ ਜੀਕੇ ਦੇ ਕੁਐਸਚਨ ਲੈ ਕੇ। ਟੇਕ ਕੇਅਰ।